ਹੈਲੋ ਵਿਨੀਪੈਗ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਵਾਇਸ ਆਫ ਇੰਡੀਆ ਤੋਂ ਤੇ ਮੇਰੇ ਨਾਲ ਮਹੱਤਵਪੂਰਨ ਵਿਨੀਪੈਗ ਦੀਆਂ ਖਬਰਾਂ, ਮੈਨੀਟੋਬਾ ਦੀਆਂ ਖਬਰਾਂ ਦੇ ਉੱਤੇ ਚਰਚਾ ਕਰਨ ਵਾਸਤੇ ਹਾਜ਼ਰ ਨੇ ਲਖਵਿੰਦਰ ਕੌਸ਼ਿਕ ਜੀ। ਸਤਿ ਸ਼੍ਰੀ ਅਕਾਲ ਕੌਸ਼ਿਕ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੌਸ਼ਿਕ ਸਾਹਿਬ, ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਮ ਹੈਲੋ ਵਿਨੀਪੈਗ ਆ ਤੇ ਅਸੀਂ ਹਮੇਸ਼ਾ ਲੋਕਾਂ ਦੇ ਮਸਲੇ ਜਿਹੜੇ ਆ ਉਹ ਉਭਾਰਦੇ ਆ, ਚੁੱਕਦੇ ਆ ਜੀ। ਜਿਹੜੇ ਲੋਕ ਸਾਨੂੰ, ਸਾਡੇ ਸ਼ਹਿਰ ਨਿਵਾਸੀ ਸਾਨੂੰ ਕੁਝ ਖਬਰਾਂ ਭੇਜਦੇ ਆ ਜੀ ਕਿ ਇਹ ਗੱਲ ਕੀਤੀ ਜਾਵੇ, ਅਸੀਂ ਉਹਨਾਂ ਤੇ ਗੱਲ ਕਰਦੇ ਹਾਂ। ਕੁਝ ਖਬਰਾਂ ਜਿਹੜੀਆਂ ਆਮ ਲੋਕਾਂ ਦੀਆਂ ਨਜ਼ਰਾਂ ਤੋਂ ਪਰੇ ਰਹਿ ਜਾਂਦੀਆਂ, ਉਹਨਾਂ ਦਾ ਧਿਆਨ ਸਿੱਧਾ ਨਹੀਂ ਜਾਂਦਾ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਖਬਰਾਂ ਨੂੰ ਲੈ ਕੇ ਪ੍ਰਸ਼ਾਸਨ ਦਾ, ਐਡਮਿਨਿਸਟ੍ਰੇਸ਼ਨ ਦਾ, ਸਰਕਾਰ ਦਾ ਧਿਆਨ ਉੱਤੇ ਦਵਾਈਏ। ਬਿਲਕੁਲ ਜੀ, ਆਪਾਂ ਉਹ ਵੀ ਕਰਦੇ ਹੈਗੇ ਵੀ ਆਪਣੇ ਜਿਹੜੀਆਂ ਚੀਜ਼ਾਂ ਆਪਣੇ ਵੀ ਧਿਆਨ ਚ ਆਉਂਦੀਆਂ ਨੇ ਆਪਾਂ ਉਹ ਵੀ ਦਰਸ਼ਕਾਂ ਤੱਕ ਜਾਂ ਆਪਣੇ ਪ੍ਰਸ਼ਾਸਨ ਤੱਕ ਪਹੁੰਚਾਉਂਦੇ। ਹਾਂਜੀ। ਇਹ ਸਭ ਤੋਂ ਪਹਿਲੀ ਖਬਰ ਜਿਹੜੀ ਹੈ ਜੀ, ਮੈਂ ਉਹ ਆਪਦੇ ਵੱਲੋਂ ਹੀ ਕਰਨੀ ਚਾਹੁੰਦਾ ਜੀ ਕਿ ਬੈਂਕ ਆਫ ਕੈਨੇਡਾ ਨੇ ਜਿਹੜੇ ਰੇਟ ਸੀ, ਬੈਂਕ ਆਫ ਕੈਨੇਡਾ ਰੇਟ ਜਿਹੜਾ ਉਹ ਵਧਾ ਦਿੱਤਾ। ਜਿਹੜਾ 2020 ਦੀ ਮਾਰਚ ਵਿੱਚ ਬਹੁਤ ਘਟ ਗਿਆ ਸੀਗਾ, 0.25 ਰਹਿ ਗਿਆ ਸੀਗਾ ਤੇ ਉਸ ਤੋਂ ਪਹਿਲਾਂ 1.75 ਸੀਗਾ। ਉਹ ਘਟਦਾ ਦੋ ਕਿਸ਼ਤਾਂ ਦੇ ਵਿੱਚ ਫਟਾਫਟ ਇਹਨਾਂ ਨੇ 0.25 ਕਰਤਾ ਸੀ। ਪਰ ਉਦੋਂ ਲੋਕਾਂ ਨੂੰ ਕੋਈ ਬਹੁਤਾ ਫਾਇਦਾ ਨਹੀਂ ਸੀ ਹੋਇਆ। ਭਾਵੇਂ ਕਾਰਨ ਫਾਇਦਾ ਨਾ ਹੁੰਦਾ ਇਹ ਸੀਗਾ ਵੀ ਜਿਹੜੇ ਮੌਰਗੇਜ ਦੀ ਗੱਲ ਹੈ, ਲੋਨ ਦੀ ਗੱਲ, ਕਾਰ ਲੋਨ ਹੈ, ਮੌਰਗੇਜ ਹੈ, ਸਟੂਡੈਂਟ ਲੋਨ ਹੈ, ਲਾਈਨ ਆਫ ਕ੍ਰੈਡਿਟ ਹੈ, ਇਹਨਾਂ ਦੇ ਰੇਟ ਘਟੇ ਨਹੀਂ ਸੀ ਬਹੁਤੇ। ਪ੍ਰਾਈਮ ਰੇਟ ਨਹੀਂ ਸੀ ਘਟਾਇਆ। ਪ੍ਰਾਈਮ ਰੇਟ ਜਿਹੜਾ ਸੀ 2.45 ਹੈ, ਜਿਹੜੇ ਬੈਂਕ ਆਮ ਫਿਕਸ ਕਰਦੇ ਆ। TD ਦਾ ਰੇਟ ਸੀ 2.70 ਉਸ ਟਾਈਮ ਤੇ। ਪਰ ਜਦੋਂ ਇਹਨਾਂ ਨੇ ਰੇਟ ਵਧਾ ਦਿੱਤੇ ਬੈਂਕ ਆਫ ਕੈਨੇਡਾ ਨੇ, ਤੇ ਯਕਦਮ ਬੈਂਕਾਂ ਨੇ ਵੀ ਰੇਟ ਵਧਾ ਦਿੱਤੇ ਤੇ ਹੁਣ ਲੋਕਾਂ ਨੂੰ ਲੱਗੀ ਜਾਂਦਾ ਕਿ ਬਹੁਤ ਜ਼ਿਆਦਾ ਇੰਟਰਸਟ ਰੇਟ ਹੋ ਗਏ। ਹਾਲਾਂਕਿ ਉੱਥੇ ਤੱਕ ਅਜੇ ਵੀ ਨਹੀਂ ਪਹੁੰਚੇ ਜਿਹੜੇ ਮਾਰਚ 2020 ਤੋਂ ਪਹਿਲਾਂ ਸੀ। ਪਰ ਇਸ ਦੌਰਾਨ ਜਦੋਂ ਰੇਟ ਘਟੇ ਸੀਗੇ ਤੇ ਮਾਰਕੀਟ ਬੜੀ ਹੌਟ ਹੋ ਗਈ। ਤੁਸੀਂ ਨੋਟ ਕੀਤਾ ਹੋਣਾ ਜੀ। ਆਪਾਂ ਵਿਨੀਪੈਗ ਜੀ ਬਿਲਕੁਲ ਆਸਕਿੰਗ ਪ੍ਰਾਈਸ ਤੋਂ ਓਵਰ ਜਿਹੜੇ ਘਰ ਵਿਕ ਰਹੇ ਸੀ, ਇੱਕ ਘਰ ਦੇ ਉੱਤੇ 20 25 ਆਫਰਸ ਆ ਰਹੀਆਂ ਸੀਗੀਆਂ। ਮਾਰਕੀਟ ਮਤਲਬ ਲੱਗ ਰਿਹਾ ਸੀ ਆਮ ਬੰਦੇ ਦੀ ਪਹੁੰਚ ਤੋਂ ਵਿਨੀਪੈਗ ਦੇ ਵਿੱਚ ਜਿਹੜੇ ਘਰ ਨੇ ਦੂਰ ਹੁੰਦੇ ਲੱਗ ਰਹੇ ਸੀ। ਜਿਵੇਂ ਆਪਣੇ BC ਦੇ ਵਿੱਚ ਹੈਗੇ ਨੇ, ਓਨਟਾਰੀਓ ਦੇ ਵਿੱਚ ਟੋਰਾਂਟੋ, ਵੈਨਕੂਵਰ ਟੋਰਾਂਟੋ ਤੇ ਦੋ ਜਗ੍ਹਾ ਇਹੋ ਜਿਹੀਆਂ ਪਹਿਲਾਂ ਸੀਗੀਆਂ ਜਿੱਥੇ ਘਰ ਬਹੁਤ ਮਹਿੰਗਾ ਔਰ ਆਸਕਿੰਗ ਪ੍ਰਾਈਸ ਤੋਂ ਬਹੁਤ ਜ਼ਿਆਦਾ ਜਾ ਰਹੀਆਂ ਸੀ। ਆਫਰ ਮਾੜਾ ਬੰਦਾ ਤਾਂ ਆਫਰ ਦੇ ਹੀ ਨਹੀਂ ਸਕਦਾ। ਦਿੱਤੀ ਕਿਸੇ ਨੇ ਹੌਸਲਾ ਕੱਢ ਕੇ ਤੇ ਉਹਨੂੰ ਜਦੋਂ ਪਤਾ ਲੱਗਦਾ ਕਿ ਜੀ ਮੈਂ ਜਿੰਨੇ ਦੀ ਆਫਰ ਭਰੀ ਸੀ ਤਾਂ ਉਦੋਂ ਤੇ 1 ਲੱਖ ਉੱਪਰ ਦਾ ਘਰ ਵੀ ਗਿਆ। ਔਰ ਉਹਦੇ ਵਿੱਚ ਕੋਈ ਵੀ ਸਬਜੈਕਟ ਨਹੀਂ ਪਾਇਆ ਜਾਂਦਾ ਸੀ, ਵਿਦਆਊਟ ਸਬਜੈਕਟ, ਵਿਦਆਊਟ ਕੰਡੀਸ਼ਨ ਸਬਜੈਕਟ। ਹਾਂਜੀ। ਇਹ ਰੀਅਲਟਰਸ ਵੱਲੋਂ ਵੀ ਇਹੀ ਕਿਹਾ ਜਾਂਦਾ ਸੀਗਾ ਜੀ ਵੀ ਤੁਸੀਂ ਜੇ ਵਿਦਆਊਟ ਕੰਡੀਸ਼ਨ ਪਾਓਗੇ ਤੇ ਤੁਹਾਡੀ ਆਫਰ ਐਕਸੈਪਟ ਹੋਣ ਦੇ ਚਾਂਸਸ ਹੈਗੇ, ਅਦਰਵਾਈਜ਼ ਨਹੀਂ। ਬਿਲਕੁਲ ਜੀ। ਇਹ ਟ੍ਰੈਂਡ ਸਾਰਾ ਵਿਨੀਪੈਗ ਵਿੱਚ ਵੀ ਹੋਇਆ ਜੀ। ਲੋਕਾਂ ਨੂੰ ਜਿਨ੍ਹਾਂ ਨੇ ਘਰ ਬਾਏ ਕਰਨਾ ਸੀ, ਜਿਨ੍ਹਾਂ ਨੇ ਆਪਣੀ ਰਿਹਾਇਸ਼ ਵਾਸਤੇ ਲੈਣਾ ਸੀ, ਉਹਨਾਂ ਨੂੰ ਬਹੁਤ ਮਹਿੰਗੇ ਘਰ ਮਿਲੇ। ਪਰ ਜਦੋਂ ਪ੍ਰਾਈਸ ਅਪ ਹੋ ਗਈਆਂ, ਗਵਰਨਮੈਂਟ ਦਾ ਵਰਜ਼ਨ ਕੀ ਹੈ ਪ੍ਰਾਈਸ ਅਪ ਕਰਨ ਦਾ, ਰੇਟ ਅਪ ਕਰਨ ਦਾ, ਮੌਰਗੇਜ ਰੇਟ, ਉਹ ਕਹਿੰਦੇ ਆ ਜੀ ਕਿ ਇਨਫਲੇਸ਼ਨ ਬਹੁਤ ਹੋ ਗਈ ਹੈ, ਇਨਫਲੇਸ਼ਨ ਤੇ ਕਾਬੂ ਪਾਉਣ ਦੇ ਲਈ ਅਸੀਂ ਜਿਹੜੇ ਮੌਰਗੇਜ ਇੰਟਰਸਟ ਰੇਟ ਵਧਾ ਦਿੱਤੇ ਹੈਗੇ। ਇਨਫਲੇਸ਼ਨ ਵੱਧ ਗਈ ਬਿਨਾਂ ਸ਼ੱਕ, ਕੋਈ ਇਹ 'ਚ ਦੋ ਰਾਏ ਨਹੀਂ ਹੈ। ਕੀ ਹੁਣ ਸੋਚਣ ਵਾਲੀ ਗੱਲ ਹੈ ਕਿ ਜਿਹੜੀ ਅੱਜ ਤੋਂ 1 ਹਫ਼ਤਾ ਪਹਿਲਾਂ ਸੈਲਰ ਮਾਰਕੀਟ ਸੀ, ਯਾਨੀ ਸੈਲਰ ਜਿੰਨੇ ਦਾ ਮਰਜ਼ੀ ਘਰ ਲਾਉਂਦਾ ਸੀ ਤੇ ਉਦੋਂ ਉੱਪਰ ਵਿਕਦਾ ਸੀ, ਤੇ ਕੀ ਹੁਣ ਬਾਇਰ ਮਾਰਕੀਟ ਹੋ ਜੂ, ਇੰਨੇ ਪ੍ਰਾਈਸ ਘਟ ਜਾਣਗੇ? ਇਹ ਇੱਕ ਜਿਹੜੀ ਸੋਚਣ ਵਿਚਾਰਨ ਵਾਲੀ ਗੱਲ ਹੈ। ਬਹੁਤ ਸਾਰੇ ਲੋਕ ਸਵਾਲ ਪੁੱਛਦੇ ਜੀ ਸਾਨੂੰ ਵੀ ਕਿ ਦੱਸੋ ਜੀ ਹੁਣ ਅਸੀਂ ਘਰ ਜੇ ਹੋਰ 4-6 ਮਹੀਨੇ ਠਹਿਰ ਜਾਈਏ ਤੇ ਕੀ ਪ੍ਰਾਈਸਿਸ ਜਿਹੜੀਆਂ ਹੋਰ ਘੱਟ ਹੋ ਜਾਣਗੀਆਂ ਜਾਂ ਮੌਰਗੇਜ ਰੇਟ ਤਾਂ ਬਹੁਤ ਜ਼ਿਆਦਾ ਹੋ ਗਏ ਜੀ, ਇਹ ਥੱਲੇ ਆਉਣ ਦੇ ਚਾਂਸ ਦਾ। ਇਹ ਸਾਈਮਲਟੇਨਸਲੀ ਚੱਲਣਾ। ਜੇ ਮੌਰਗੇਜ ਰੇਟ ਘੱਟ ਹੋ ਗਏ ਤੇ ਮਾਰਕੀਟ ਵਿੱਚ ਜਿਹੜੀਆਂ ਪ੍ਰਾਈਸਿਸ ਆ ਉਹ ਅਪ ਹੋ ਜਾਣਗੇ। ਜੇ ਮਾਰਕੀਟ ਵਿੱਚ ਪ੍ਰਾਈਸਿਸ ਜਿਹੜੀਆਂ ਉਹ ਨੀਵੀਆਂ ਰੱਖਣੀਆਂ ਤੇ ਮੌਰਗੇਜ ਰੇਟ ਅਪ ਹੋਰ ਹੋਣ ਦੇ ਚਾਂਸਸ ਹੋਣਗੇ। ਸੋ ਮਤਲਬ ਅਸੀਂ ਇਸ ਗੱਲ ਦੇ ਵਿੱਚ ਤਾਂ ਨਹੀਂ ਕੰਟਰੋਵਰਸੀ 'ਚ ਪਾਉਣਾ ਚਾਹੁੰਦੇ ਕਿ ਜਿਹੜੀ ਸੈਲਰ ਮਾਰਕੀਟ ਜਿਹੜੀ ਚੰਗੀ ਹੁੰਦੀ ਆ ਜਾਂ ਬਾਇਰ ਮਾਰਕੀਟ ਚੰਗੀ ਹੁੰਦੀ ਆ। ਨੈਚੁਰਲੀ ਜਿਹਨੇ ਘਰ ਵੇਚਣਾ ਜੀ ਉਹ ਕਹਿੰਦਾ ਕਿ ਮੈਨੂੰ ਵੱਧ ਕਮਾਈ ਹੋਵੇ, ਜਿੰਨੇ ਦਾ ਮੈਂ ਲਿਆ ਸੀ ਉਦੋਂ ਵੱਧ ਪੈਸੇ ਮੈਨੂੰ ਮਿਲਣ। ਪਰ ਜਿਹੜੇ ਘਰ ਖਰੀਦਣਾ ਉਹ ਹਮੇਸ਼ਾ ਚਾਹੁੰਦਾ ਹੁੰਦਾ ਕਿ ਮੈਨੂੰ ਘੱਟ ਪੈਸਿਆਂ 'ਚ ਸਸਤਾ ਘਰ ਮਿਲੇ। ਬਿਲਕੁਲ ਜੀ। ਇੱਕ ਇਹ ਆਮ ਬੰਦੇ ਦੀ ਪਹੁੰਚ ਦੇ ਵਿੱਚ ਜਦ ਕੋਈ ਚੀਜ਼ਾਂ ਹੁੰਦੀਆਂ, ਜਦੋਂ ਸਟੇਬਿਲਿਟੀ ਹੁੰਦੀ ਆ ਔਰ ਸਮੂਥਲੀ ਸਾਰਾ ਸਿਸਟਮ ਚੱਲਦਾ, ਜਦੋਂ ਹਰ ਇੱਕ ਚੀਜ਼ ਆਮ ਬੰਦੇ ਦੀ ਪਹੁੰਚ ਦੇ ਵਿੱਚ ਹੋਵੇ, ਲੈਣ ਵਾਲਾ ਵੀ ਖੁਸ਼ ਹੋਵੇ, ਦੇਣ ਵਾਲਾ ਵੀ ਖੁਸ਼ ਹੋਵੇ, ਬਰਾਬਰ ਜਾ ਹੋਵੇ ਕੰਮ, ਤੇ ਨਾ ਕਿ ਇਹ ਹੁੰਦਾ ਵੀ ਸੈਲਰ ਜਿਹੜਾ ਉਹ ਆਪਦੀ ਪ੍ਰਾਈਸ ਲਾਤੀ ਫਿਰ ਉਹ ਉੱਤੇ ਆਸਕਿੰਗ ਪ੍ਰਾਈਸ
ਇਹ ਪਤਾ ਨਹੀਂ ਉਹ ਜਿਵੇਂ ਮਤਲਬ ਕੀ ਟ੍ਰੈਂਡ ਚੱਲਿਆ ਸੀ ਵੀ ਰਾਜੇ ਧੀ ਚੱਲੀ ਮੈਂ ਕਿਹਾ ਹਾਂ ਕੱਲੀ BC ਨੂੰ ਔਰ ਟੋਰਾਂਟੋ ਨੂੰ ਦੇਖ ਕੇ ਵਿਨੀਪੈਗ ਨੇ ਵੀ ਇਹੀ ਹਵਾ ਫੜ ਲਈ ਸੀ, ਪਰ ਉਹ ਕਿਤੇ ਨਾ ਕਿਤੇ ਹੁਣ ਠੱਲ ਪੈ ਚੁੱਕੀ ਹੈ। ਹਾਂਜੀ ਹਾਂਜੀ, ਇਹ ਮੈਨੀਟੋਬਾ ਦੇ ਵਿੱਚ ਥੋੜੀ ਜਿਹੀ ਇਸ ਕਰਕੇ ਹੈਗਾ ਕਿ ਇੱਥੇ ਜਿਹੜੇ ਇਨਵੈਸਟਰਸ ਆ ਜੀ ਉਹ ਦਿਲਚਸਪੀ ਤਾਂ ਰੱਖਦੇ ਆ ਕਿ ਅਸੀਂ ਇਨਵੈਸਟਮੈਂਟ ਕਰੀਏ, ਪਰ ਉਹ ਟੋਰਾਂਟੋ ਜਾਂ ਮੈਨਕੂਵਰ ਦੇ ਮੁਕਾਬਲੇ ਵਿੱਚ ਅਜੇ ਉਨੇ ਅਗਰੈਸਿਵ ਨਹੀਂ ਹੈਗੇ। ਕੱਲ ਉਹ ਅਗਰੈਸਿਵ ਹੋ ਗਏ ਤਾਂ ਫਿਰ ਸ਼ਾਇਦ ਇੱਥੋਂ ਦੀ ਮਾਰਕੀਟ ਵੀ ਬਹੁਤ ਜ਼ਿਆਦਾ ਹੌਟ ਹੋ ਜਾਊਗੀ। ਉਂਝ ਮੈਂ ਦੱਸਣਾ ਚਾਹੁੰਦਾ ਜੀ, ਜਿਹੜੇ ਬਾਇਰਸ ਹੈਗੇ, ਬਾਇਰਸ ਦੇ ਲਈ ਇੱਕ ਗੱਲ ਬੜੀ ਜ਼ਰੂਰੀ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਇਹ ਪ੍ਰਾਈਸ ਬਹੁਤ ਜ਼ਿਆਦਾ ਤੇ ਤੁਸੀਂ, ਤੁਹਾਡਾ ਰਾਈਟ ਹੈ, ਤੁਸੀਂ ਬਾਰਗੇਨਿੰਗ ਕਰ ਸਕਦੇ ਹੋ ਜੀ, ਬਿਲਕੁਲ ਨੈਗੋਸ਼ੀਏਟ ਕਰ ਸਕਦੇ ਹੋ, ਔਰ ਤੁਹਾਡਾ ਜਿਹੜਾ ਰੀਅਲਟਰ ਉਹ ਨੈਗੋਸ਼ੀਏਟਰ ਦੇ ਤੌਰ ਤੇ ਤੁਹਾਨੂੰ ਰਿਪਰੈਜ਼ੈਂਟ ਕਰੇ ਜੀ। ਇਹਦੇ ਪਿੱਛੇ ਇੱਕ ਰੀਜ਼ਨ ਮੈਂ ਦੱਸਦਾ ਜੀ। ਰੀਸੈਂਟਲੀ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਤੁਹਾਡੀ ਮੌਰਗੇਜ ਨੂੰ ਇਨਸ਼ੋਰ ਕਰਦੀਆਂ, ਫਾਰ ਐਗਜ਼ਾਮਪਲ CMSC ਹੈ ਜੀ, ਜੈਨਵਰਥ ਜਿਹਨੂੰ ਹੁਣ ਸੇਗਨ ਕਹਿਣ ਲੱਗ ਪਏ ਜੀ, ਉਸ ਤੋਂ ਬਾਅਦ ਇੱਕ ਹੋਰ ਕੰਪਨੀ ਆ ਕੈਨੇਡਾ ਗਰੰਟੀ। ਇਹਨਾਂ ਨੇ ਜਦੋਂ ਤੁਸੀਂ 20% ਤੋਂ ਘੱਟ ਜਿਹੜੀ ਡਾਊਨ ਪੇਮੈਂਟ ਪਾਉਂਦੇ ਹੋ ਤੇ ਉਹ ਇਨਸ਼ੋਰਰ ਜਿਹੜੇ ਹੈਗੀਆਂ ਇੰਸ਼ੋਰੈਂਸ ਕੰਪਨੀਆਂ ਉਹ ਇਨਸ਼ੋਰ ਕਰਦੀਆਂ ਕਿ ਇਹ ਜਿਹੜਾ ਇਹ ਮੌਰਗੇਜ 'ਚ ਕੱਲ ਨੂੰ ਕੋਈ ਪ੍ਰੋਬਲਮ ਆਵੇ ਤੇ ਅਸੀਂ ਰਿਸਪੌਂਸੀਬਲ ਹਾਂ। ਉਹਨਾਂ ਨੂੰ ਜਦੋਂ ਲੱਗਦਾ ਜੀ, ਅੱਜ ਦੇ ਦਿਨਾਂ ਵਿੱਚ ਜਦੋਂ ਉਹਨਾਂ ਨੂੰ ਇਹ ਲੱਗਦਾ ਕਿ ਇਹ ਪ੍ਰਾਈਸ ਜਿਹੜੀ ਆ ਉਹ ਮਹਿੰਗੇ ਜਾ ਰਹੀ ਆ, ਵੱਧ ਜਿਹੜੀ ਹੈਗੀ ਆ, ਹਾਈ ਪ੍ਰਾਈਸ ਜਾ ਰਹੀ ਹੈ, ਜਿਹੜੀ ਅਸੈਸਮੈਂਟ ਆਉਣੀ ਹੈ ਦੀ ਵੈਲੂਏਸ਼ਨ ਆਉਣੀ, ਉਦੋਂ ਵੱਧ ਤੇ ਜਿਹੜਾ ਘਰ ਇਹ ਵੇਚਿਆ ਜਾ ਰਿਹਾ ਹੈਗਾ ਤੇ ਉਹਦੀ ਅਪਰੇਜ਼ਲ ਕਰਾਉਂਦੇ ਜੀ। ਅਪਰੇਜ਼ਲ ਦੇ ਵਿੱਚ ਜੇ ਤੁਸੀਂ ਕੰਡੀਸ਼ਨ ਨਹੀਂ ਪਾਈ ਹੋਈ ਤੇ ਪੂਰੇ ਫਸ ਜਾਣ ਦੇ ਚਾਂਸਸ ਹੈ ਜੀ। ਕਾਰਨ ਅਪਰੇਜ਼ਰ ਫਾਰ ਐਗਜ਼ਾਮਪਲ ਕਿਸੇ ਦੇ ਘਰ ਤੁਸੀਂ ਬਾਏ ਕੀਤਾ ਜੀ 4.5 ਲੱਖ ਦਾ, ਉਹਦੀ ਇਨਸ਼ੋਰਰ ਨੇ ਕਹਿਤਾ ਕਿ ਮੈਂ ਤਾਂ ਅਪਰੇਜ਼ਰ ਕਰਾਉਂ, ਅਪਰੇਜ਼ਰ ਆਈ 4 ਲੱਖ ਦੀ ਜੀ, ਜਾਂ ਤੁਸੀਂ 50,000 ਹੋਰ ਕੋਲੋਂ ਪਾ ਦਿਓ ਜੀ, ਜਾਂ ਫਿਰ ਉਹ ਨੈਗੋਸ਼ੀਏਟ ਕਰੋ, ਜਿਹੜਾ ਸੈਲਰ ਹੈਗਾ ਵਾ ਉਹ ਤੁਹਾਨੂੰ 50,000 ਘੱਟ ਤੇ ਘਰ ਵੇਚਣ ਲਈ ਤਿਆਰ ਹੋ ਜਾਵੇ ਜੀ। ਪਰ ਜਦੋਂ ਤੁਸੀਂ ਕੰਡੀਸ਼ਨ ਨਹੀਂ ਪਾਈ ਹੋਊਗੀ ਫਿਰ ਮੁਸ਼ਕਲ 'ਚ ਫਸ ਜਾਓ। ਬਿਲਕੁਲ ਜੀ, ਬਿਲਕੁਲ। ਇਹ ਮਤਲਬ ਵਿਨੀਪੈਗ ਦੇ ਵਿੱਚ ਟ੍ਰੈਂਡ ਜਿਹੜਾ ਉਹ ਚੱਲ ਰਿਹਾ ਜੀ, ਅਜੇ ਵੀ ਥੋੜਾ ਚੱਲ ਰਿਹਾ, ਪਰ ਅੱਗੇ ਨੂੰ ਪਹਿਲਾਂ ਨਾਲੋਂ ਠੱਲ ਪੈ ਚੁੱਕੀ ਆ ਵੀ ਤਾਂ ਕਿ ਬਾਇਰ ਦੀ ਥੋੜੀ ਜਿਹੀ ਮਾਰਕੀਟ ਹੋ ਜਾਵੇ, ਸੈਲਰ ਥੋੜਾ ਜਿਹਾ ਘਟੇ। ਗਵਰਨਮੈਂਟ ਵੀ ਅਫੋਰਡੇਬਲ ਹਾਊਸਿਸ ਦੀ ਗੱਲ ਕਰਦੇ ਆ ਜੀ। ਸੁਸਾਇਟੀ ਸਾਰੀ ਚਾਹੁੰਦੀ ਹੈਗੀ ਕਿ ਅਫੋਰਡੇਬਲ ਹਾਊਸ ਹੋਣੇ ਚਾਹੀਦੇ, ਹਰ ਜਿਹੜਾ ਵਿਅਕਤੀ ਆ ਉਹਦੇ ਸਿਰ ਤੇ ਛੱਤ ਹੋਣੀ ਚਾਹੀਦੀ। ਅਫੋਰਡੇਬਲ ਹਾਊਸ ਦੀ ਹੋਰ ਗੱਲ ਕਰੀਏ, ਇੱਕ ਰੈਂਟਲ ਪ੍ਰੋਬਲਮ ਜਿਹੜੀ ਆ ਉਹ ਵਿਨੀਪੈਗ ਵਿੱਚ ਬਹੁਤ ਆਈ ਹੈਗੀ ਆ। ਜਿੱਦਾਂ ਦੂਜਿਆਂ ਸ਼ਹਿਰਾਂ ਵਿੱਚ Airbnb ਹੈਗੇ ਨਾ ਜੀ, ਤੁਸੀਂ ਉੱਥੇ ਸ਼ਾਰਟ ਟਾਈਮ ਲਈ, 1 ਦਿਨ ਲਈ, 2 ਦਿਨ ਲਈ, 10 ਦਿਨ 20 ਦਿਨ ਮਹੀਨਾ ਵੀ ਰਹਿੰਦੇ ਨੇ, ਮਹੀਨਾ 2 ਮਹੀਨੇ ਤੁਸੀਂ ਰਹਿ ਸਕਦੇ, ਸ਼ਾਰਟ ਟਾਈਮ ਲਈ ਉਹ ਘਰ ਮਿਲ ਜਾਂਦੇ ਆ ਤੇ ਬਹੁਤੇ ਮਹਿੰਗੇ ਵੀ ਨਹੀਂ ਹੁੰਦੇ। ਤੁਹਾਨੂੰ ਕੋਈ ਪਹਿਲਾਂ ਤਰਦਦ ਵੀ ਨਹੀਂ ਕਰਨਾ ਪੈਂਦਾ, ਆਨਲਾਈਨ ਤੁਸੀਂ ਇਹਦੀ ਬੁਕਿੰਗ ਕਰੋ ਜੀ, ਤੁਹਾਨੂੰ ਐਵਰੀਥਿੰਗ ਅਵੇਲੇਬਲ ਆ ਜੀ, ਬੈੱਡ, ਸੋਫਾ, ਜੋ ਵੀ ਹੈ ਤੁਹਾਨੂੰ ਹਰ ਇੱਕ ਚੀਜ਼ ਉੱਥੇ ਅਵੇਲੇਬਲ ਹੈ, ਕਿਚਨ ਦਾ ਸਾਰਾ ਕੁਝ ਅਵੇਲੇਬਲ ਹੈ, ਪੂਰਾ ਘਰ ਹੈ ਜੀ ਇੱਕ ਬਣਿਆ ਬਣਾਇਆ। ਬਿਲਕੁਲ। ਇਹ ਵਿਨੀਪੈਗ ਵਿੱਚ ਵੀ ਇਸ ਤਰੀਕੇ ਦਾ ਸੋਚਿਆ ਜਾ ਰਿਹਾ ਜੀ, ਜਿਹੜੀ ਸਿਟੀ ਆਫ ਵਿਨੀਪੈਗ ਹੈ ਉਹਨੇ ਸਾਡੇ ਸਾਰਿਆਂ ਲੋਕਾਂ ਤੋਂ, ਸ਼ਹਿਰ ਦੇ ਸਾਰਿਆਂ ਲੋਕਾਂ ਤੋਂ ਇਹ ਗੱਲ ਪੁੱਛੀ ਹੈ, ਸੁਝਾਅ ਪੁੱਛਿਆ ਕਿ ਕੀ ਇਸ ਤਰੀਕੇ ਦੀ ਕੋਈ ਸਕੀਮ ਚਲਾਈ ਜਾ ਸਕਦੀ ਹੈ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੋਵੇ। ਪਰ ਲੋਕੀ ਆਮ ਤੌਰ ਤੇ ਕਈ ਵਾਰੀ ਸ਼ਿਕਾਇਤ ਕਰਦੇ ਜੀ, ਇਹ ਜਿਹੜੇ 2 ਦਿਨ ਵਾਸਤੇ ਆਏ ਸੀ ਇਹ ਤਾਂ ਖਰੂਦ ਪਾ ਕੇ ਚਲੇ ਗਏ, ਰੌਲਾ ਰੱਪਾ ਪਾ ਕੇ ਚਲੇ ਗਏ, ਇਹ ਤਾਂ ਸਾਨੂੰ ਨੋਇਸ ਬਹੁਤ ਸੀ, ਢੋਲ ਟਮੱਕਾ ਕਰਦੇ ਹੈਗੇ ਆ। ਵਿਆਹ ਸ਼ਾਦੀਆਂ 'ਚ ਵੀ ਆਉਂਦੇ ਨਾ ਜੀ ਲੋਕੀ, ਬਿਲਕੁਲ ਜੀ, ਜਾਂ ਉਂਝ ਵੀ ਕੋਈ ਪਾਰਟੀ ਹੁੰਦੀ ਹੈ ਤੇ ਉੱਥੇ ਆਉਂਦੇ ਤੇ ਫਿਰ ਉਹ ਭੰਗੜੇ ਗਿੱਧੇ ਪਾਉਂਦੇ ਤੇ ਉਹਨਾਂ ਨੂੰ ਗੁਆਂਢੀਆਂ ਨੂੰ ਪਰੇਸ਼ਾਨੀ ਹੁੰਦੀ। ਸੋ ਇਸ ਤਰ੍ਹਾਂ ਦੇ ਉਹ ਚਾਹੁੰਦੇ ਹੈਗੇ ਸਿਟੀ ਆਫ ਵਿਨੀਪੈਗ ਕਿ ਰੂਲਸ ਰੈਗੂਲੇਸ਼ਨ ਬਣਾਏ ਜਾਣ ਵੀ ਜੇ ਉਹਨਾਂ ਨੇ ਸ਼ਾਰਟ ਪੀਰੀਅਡ ਵਾਸਤੇ ਘਰ ਰੈਂਟ ਕਰਨਾ, ਲੈਣਾ, ਰਹਿਣਾ ਤੇ ਉਹਨਾਂ ਦੇ ਉੱਤੇ ਕਿਹੜੀਆਂ ਸ਼ਰਤਾਂ ਜਿਹੜੀਆਂ ਇੰਪੋਜ਼ ਕੀਤੀਆਂ ਜਾਣ ਜੀ। ਬਿਲਕੁਲ। ਸੋ ਸਿਟੀ ਆਫ ਵਿਨੀਪੈਗ ਦੀ ਇਹ ਕੋਸ਼ਿਸ਼ ਜਿਹੜੀ ਆ ਇਹ ਸ਼ਲਾਘਾਯੋਗ ਹੈਗੀ ਆ। ਜੇ ਉਹ ਇੱਥੇ ਕੰਮ ਕਰਨਾ ਚਾਹੁੰਦੇ ਹੈਗੇ ਆ ਤੇ ਤੁਸੀਂ ਸਾਰੇ ਅਸੀਂ ਲੋਕ ਉਹਨਾਂ ਨੂੰ ਆਪਣੀ ਰਾਏ ਦਈਏ, ਸੁਝਾਅ ਦਈਏ, ਆਪਣੇ ਕਾਉਂਸਲਰ ਨੂੰ ਮਿਲ ਕੇ ਜਾਂ ਫਿਰ ਸਿਟੀ ਆਫ ਵਿਨੀਪੈਗ ਦੀ ਵੈਬਸਾਈਟ ਤੋਂ ਉਹਨਾਂ ਦੀ ਜਿਹੜੀ ਈਮੇਲ ਆ ਉਹ ਲੈ ਕੇ ਜਾਂ ਫੋਨ ਨੰਬਰ ਲੈ ਕੇ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਇਸ ਗੱਲ ਤੇ। ਇਹ ਚੰਗਾ ਇੱਕ ਹੈਗਾ। ਬਿਲਕੁਲ ਜੀ। ਇਹ ਆਪਣੇ ਦਰਸ਼ਕਾਂ ਨੂੰ ਹੋਰ ਵੀ ਦੱਸਣਾ ਚਾਹਾਂਗੇ, ਕੁਝ ਆਪਣੇ ਡਾਊਨਟਾਊਨ ਦੇ ਵਿੱਚ ਜਿਹੜੀਆਂ ਬਿਲਡਿੰਗਸ ਨੇ ਜੀ ਉਹ Airbnb ਵਾਂਗੂ ਮਤਲਬ ਕੰਮ ਕਰ ਰਹੀਆਂ ਨੇ। ਮਲਟੀਨੇਸ਼ਨਲ ਕੰਪਨੀਆਂ ਨੇ ਜਿਨ੍ਹਾਂ ਦਾ ਇੱਥੇ ਵਰਕ ਚੱਲ ਰਿਹਾ, ਕੰਸਟਰਕਸ਼ਨ ਦਾ ਚੱਲ ਰਿਹਾ ਜਾਂ ਕੋਈ ਹੋਰ ਬਿਜ਼ਨਸ ਹੈਗੇ ਨੇ ਇੱਥੇ ਚੱਲ ਰਹੇ ਨੇ, ਉਹਨਾਂ ਜਿਹੜੇ EMPLOYE ਨੇ ਆਊਟ ਆਫ ਕੰਟਰੀ ਵੀ ਆਉਂਦੇ ਨੇ ਤੇ ਇਨ ਕੰਟਰੀ ਵੀ ਆਉਂਦੇ ਨੇ, ਉਹ ਸਟੇ ਕਰਦੇ ਨੇ। Airbnb ਵਰਗੀ ਮਤਲਬ ਸੇਵਾਵਾਂ ਜਿਹੜੀਆਂ ਉਹ ਚੱਲ ਚੁੱਕੇ ਨੇ ਡਾਊਨਟਾਊਨ ਦੇ ਵਿੱਚ। ਕਾਫੀ ਨਵੀਂ ਬਿਲਡਿੰਗਸ ਨੇ ਜਿਹੜੀਆਂ ਬਣੀਆਂ ਨੇ। ਕੁਝ ਜਿਹੜੇ ਆਫਿਸ ਸੀ, ਜਿਵੇਂ ਵਰਕ ਫਰਮ ਹੋਮ ਦਾ ਜਿਹੜਾ ਕਲਚਰ ਸਟਾਰਟ ਹੋ ਚੁੱਕਿਆ, ਆਫਿਸ ਬੰਦ ਹੋ ਚੁੱਕੇ ਨੇ, ਉੱਥੇ ਜਿਹੜੇ ਉਹ ਪ੍ਰਾਪਰਟੀ ਦੇ ਓਨਰ ਨੇ ਜੀ ਉਹਨਾਂ ਨੇ ਉੱਥੇ ਉਹ ਅਪਾਰਟਮੈਂਟ ਸੂਟ ਨੇ ਜਿਹੜੇ ਉਹ ਬਣਾਉਣੇ ਸ਼ੁਰੂ ਕਰ ਦਿੱਤੇ, 1 ਬੈਡਰੂਮ 2 ਬੈਡਰੂਮ। ਬਿਲਕੁਲ ਬਿਲਕੁਲ ਜੀ। ਇਹ ਇਸ ਤਰੀਕੇ ਦੀ ਜਿਹੜੀ ਪ੍ਰਕਿਰਿਆ ਹੈਗੀ ਜੀ, ਇਹਦੇ 'ਚ ਸਾਨੂੰ ਧਿਆਨ ਦੇਣ ਦੀ ਲੋੜ ਹੈਗੀ। ਇੱਥੇ ਦੂਜੀ ਗੱਲ ਮਹਿੰਗਾਈ ਦੀ ਆਪਾਂ ਗੱਲ ਕਰਦੇ ਸੀ, ਘਰਾਂ ਦੀ ਮਹਿੰਗੀਆਂ ਗੱਲ,
ਗੈਸ ਬਾਰੇ ਕੀ ਕਹੋਗੇ ਜੀ? ਗੈਸ $2 ਦੀ ਤਾਂ ਹੋ ਹੀ ਗਈ ਹੈ ਜੀ, ਬਿਲਕੁਲ, ਠੀਕ ਹੈ ਜੀ। ਗੈਸ ਇੰਨੀ ਮਹਿੰਗੀ ਹੋ ਗਈ, ਜਦੋਂ ਅਸੀਂ ਕੈਨੇਡਾ ਆਏ ਸੀ ਬਹੁਤਾ ਚਿਰ ਤਾਂ ਨਹੀਂ ਸਾਨੂੰ ਹੋਇਆ ਜੀ, 14-15 ਸਾਲ ਹੋਏ ਆ, ਤੇ ਉਦੋਂ ਪ੍ਰਾਈਸ ਇਸ ਤੋਂ ਅੱਧਿਓਂ ਵੀ ਘੱਟ ਸੀ ਜੀ। $1 3 ਗੁਣਾ ਘੱਟ ਸੀ। ਜਦੋਂ $1 ਘੱਟ ਹੋਈ, $1 ਦੀ ਹੋਈ ਸੀ ਤਾਂ ਲੱਗਦਾ ਸੀ ਕਿ ਬਹੁਤ ਜ਼ਿਆਦਾ ਮਹਿੰਗੀ ਹੋ ਗਈ, ਪਰ ਹੁਣ ਤਾਂ $2 ਕ੍ਰਾਸ ਹੋਣ ਲੱਗੀ ਜੀ। ਬਿਲਕੁਲ 2014-15 ਦੇ ਨੇੜੇ ਆਈ ਥਿੰਕ, ਮਤਲਬ ਵਿੱਚ ਦੀ ਇੱਕ ਵਾਰੀ ਦੇਖਿਆ ਵੀ 65 ਸੈਂਟ ਨੂੰ ਵੀ ਜਿਹੜਾ ਤੇਲ ਪਾਇਆ ਗਿਆ। ਹਾਂਜੀ ਹਾਂਜੀ, ਬਿਲਕੁਲ। ਉਂਝ ਪ੍ਰਾਈਸ ਜਿਹੜੀਆਂ ਸੀਗੀਆਂ ਜੀ ਕੋਵਿਡ ਦੇ ਦੌਰਾਨ ਵੀ ਘਟੀਆਂ ਸੀਗੀਆਂ ਜੀ। ਹੁਣ ਕਿਉਂ ਵਧੀਆਂ ਜਾਂਦੀਆਂ? ਕਈ ਵਾਰੀ ਸਰਕਾਰਾਂ ਕਹਿੰਦੀਆਂ ਜੀ ਇੰਟਰਨੈਸ਼ਨਲ ਗੱਲ ਹੈਗੀ ਆ ਜੀ, ਯੂਕਰੇਨ ਤੇ ਰਸ਼ੀਆ ਦੀ ਲੜਾਈ ਵਾਲਾ ਮੁੱਦਾ ਵੀ ਵਿੱਚ ਲਿਆਂਦਾ ਜਾਂਦਾ, ਉਹਨੂੰ ਵਿੱਚ ਐਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਪਰ ਨੋ ਡਾਊਟ ਪ੍ਰਾਈਸਿਸ ਜਿਹੜੀਆਂ ਗੈਸ ਦੀਆਂ ਉਹ ਵਰਲਡ ਵਾਈਡ ਵਧੀਆ ਹੈਗੀਆਂ। ਪਰ ਤੁਸੀਂ ਕਦੀ ਨੋਟਿਸ ਕੀਤਾ ਕਿ ਜਦੋਂ ਤੁਸੀਂ ਗੈਸ ਪੰਪ ਤੇ ਜਾ ਕੇ ਗੈਸ ਆਪਣੀ ਕਾਰ ਵਿੱਚ, ਆਪਣੇ ਵਹੀਕਲ 'ਚ ਫਿਲ ਕਰਦੇ ਹੋ, ਉੱਥੇ ਲਾਗੇ ਛਾਗੇ ਦੇਖਿਆ ਕਰੋ ਕਿ ਕੀ ਕੁਝ ਹੋਰ ਲਿਖਿਆ ਹੋਇਆ ਜੀ। ਕੱਲਾ ਸਿਰਫ ਇਹ ਨਹੀਂ ਕਿ ਕਿੰਨੇ ਦੀ ਗੈਸ ਪਾਈ ਜਾ ਰਹੀ ਹੈ ਜਾਂ ਕਿੰਨੇ ਲੀਟਰ ਪੈ ਰਹੀ ਹੈ, ਬੜਾ ਕੁਝ ਹੋਰ ਲਿਖਿਆ ਹੈ ਉੱਥੇ। ਲਿਖਿਆ ਹੈ GST ਇੰਨੀ ਹੈ, PST ਇੰਨੀ ਆ, ਇਹ ਫੈਡਰਲ ਦਾ ਟੈਕਸ ਹੈਗਾ, ਆ ਪ੍ਰੋਵਿੰਸ਼ਲ ਟੈਕਸ ਹੈਗਾ, ਆ ਸਿਟੀ ਟੈਕਸ ਹੈਗਾ, ਆ ਕਾਰਬਨ ਟੈਕਸ ਹੈਗਾ। ਇਹਦੇ 'ਚ ਇਹ ਗੱਲਾਂ ਮੈਂ ਤਾਂ ਦੱਸ ਰਿਹਾ ਜੀ, ਦੋ ਕਾਰਨ ਇਹਦੇ ਹੈਗੇ। ਇੱਕ ਤਾਂ ਇਹ ਹੈ ਕਿ ਸਾਡੇ ਮੈਨੀਟੋਬਾ ਦੇ ਪ੍ਰੀਮੀਅਮ ਜਿਹੜੇ ਹੈਦਰ ਸਟੀਫਨਸਨ ਹੈਗੇ, ਇਹਨਾਂ ਨੇ ਫੈਡਰਲ ਗਵਰਨਮੈਂਟ ਨੂੰ ਬੇਨਤੀ ਕੀਤੀ ਸੀ ਕੁਝ ਸਮਾਂ ਪਹਿਲਾਂ ਕਿ ਜਿਹੜਾ ਕਾਰਬਨ ਟੈਕਸ ਹੈ ਇਹਨੂੰ ਹੁਣ ਪਾਜ਼ ਕਰ ਦੇਣਾ ਚਾਹੀਦਾ, ਯਾਨੀ ਇਹਨੂੰ ਠੱਲ ਪੈ ਜਾਣੀ ਚਾਹੀਦੀ, ਰੋਕ ਦਿਓ, ਇਸ ਲੈਵਲ ਤੱਕ ਪਹੁੰਚ ਚੁੱਕਾ, ਜ਼ਿਆਦਾ ਹੋ ਗਿਆ, ਇਹਨੂੰ ਰੋਕ ਦਿਓ। ਫੈਡਰਲ ਗਵਰਨਮੈਂਟ ਨੇ ਅਜੇ ਜਵਾਬ ਤਾਂ ਨਹੀਂ ਸੀ ਦਿੱਤਾ, ਪਰ ਹੁਣ ਆਪਦੀ ਵਾਰੀ ਆ ਗਈ ਜੀ। ਜਦੋਂ ਇਹ ਗੈਸ ਦੀਆਂ ਪ੍ਰਾਈਸਿਸ ਵੱਧ ਗਈਆਂ ਤੇ ਆਮ ਲੋਕਾਂ ਨੇ ਕਿਹਾ ਕਿ ਤੁਸੀਂ ਜਿਹੜਾ ਗੈਸ ਦੇ ਉੱਤੇ ਤੁਹਾਡਾ ਗੈਸ ਪ੍ਰੋਵਿੰਸ਼ੀਅਲ ਗੈਸ ਟੈਕਸ ਹੈਗਾ ਉਹਨੂੰ ਪਾਸ ਕਰ ਲਓ ਜੀ, ਇਹ ਤਾਂ ਨਾ ਵਧੇ। ਬਿਲਕੁਲ। ਤੇ ਸਰਕਾਰ ਕਹਿੰਦੀ ਜੀ ਅਸੀਂ ਨਹੀਂ ਪਾਸ ਕਰ ਸਕਦੇ। ਬਿਲਕੁਲ ਜੀ। ਆਪਣੇ ਵੇਲੇ ਉਹ ਦੂਜੇ ਨੂੰ ਵੇਲੇ ਕਹਿਣਾ ਸੌਖਾ ਹੁੰਦਾ, ਜਦੋਂ ਆਪਣੇ ਤੇ ਸਰਕਾਰ, ਮਤਲਬ ਸੈਂਟਰ ਸਰਕਾਰ ਕਹਿੰਦੀ ਆ, ਫੈਡਰਲ ਦੀ ਸਰਕਾਰ ਕਹਿੰਦੀ ਆ ਵੀ ਤੁਸੀਂ ਆਪਣਾ ਹਿੱਸਾ ਜਿਹੜਾ ਘਟਾ ਸਕਦੇ ਹੋ, ਤੁਹਾਡੇ ਤੇ ਡਿਪੈਂਡ ਹੈਗਾ ਵੀ ਤੁਸੀਂ PST ਘਟਾਉਣੀ ਹੈ ਜਾਂ ਨਹੀਂ ਘਟਾਉਣੀ ਹੈਗੀ, ਤੁਸੀਂ ਕਾਰਬਨ ਟੈਕਸ ਘਟਾਉਣਾ ਜਾਂ ਨਹੀਂ ਘਟਾਉਣਾ, ਉਹ ਤੁਹਾਡੇ ਤੇ ਡਿਪੈਂਡ ਕਰਦਾ। ਆਪਦੀ ਵਾਰੀ ਨੂੰ ਤਾਂ ਫਿਰ ਸਾਰੇ ਜਣੇ ਝੱਗਾ ਹੀ ਚੱਕਣ ਵਾਲਾ ਕੰਮ। ਬਿਲਕੁਲ। ਇਹ ਅਸੀਂ ਇਹੋ ਜਿਹੀਆਂ ਖਬਰਾਂ ਜਿਹੜੀਆਂ ਜੀ ਉਹ ਕੰਪੈਰੇਟਿਵ ਵੇ ਨਾਲ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਦੇਖੋ ਕੌਣ ਕੀ ਕਰ ਰਿਹਾ, ਕਿਹੜੀ ਸਰਕਾਰ ਕਿਹੜਾ ਜਿਹੜਾ ਹੈਗਾ ਫੈਸਲਾ ਲੈਂਦੀ ਹੈ, ਉਹ ਫੈਸਲਾ ਲੋਕਾਂ ਦੇ ਹੱਕ ਵਿੱਚ ਹੈ ਜਾਂ ਨਹੀਂ ਹੈ ਜੀ। ਕਰੋਨਾ ਦੀ ਗੱਲ ਮੈਂ ਕਰਨੀ ਚਾਹੁੰਦਾ ਜੀ। ਕਰੋਨਾ ਦੇ ਬਾਰੇ ਚੰਗੀ ਗੱਲ ਇਹ ਹੈ ਮੈਨੀਟੋਬਾ ਦੇ ਵਿੱਚ ਡੈਥ ਜਿਹੜਾ ਸਕੋਰ ਹੈ ਉਹ ਘਟ ਰਿਹਾ ਜੀ, ਉਸ ਤਰੀਕੇ ਦੀ ਹੋ ਰਹੀ, ਪਰ ਕਰੋਨਾ ਦੇ ਕੇਸ ਵਧਣੇ ਸ਼ੁਰੂ ਹੋ ਗਏ। ਅਜੇ ਕਹਿ ਦੋ ਵੀ ਕੱਲ ਪਰਸੋਂ ਦੀ ਰਿਪੋਰਟ ਹੈ 100 ਤੋਂ ਜ਼ਿਆਦਾ ਜਿਹੜੇ ਸੀ ਉਹ ਕਰੋਨਾ ਪੇਸ਼ੈਂਟ ਹਸਪੀਟਲਾਈਜ਼ ਹੋਏ ਆ, ਉਹਨਾਂ ਨੂੰ ਹਸਪਤਾਲਾਂ 'ਚ ਦਾਖਲ ਕਰਨਾ ਪੈ ਗਿਆ ਹੈਗਾ। ਉੱਧਰੋਂ ਜਿਹੜਾ ਇੱਕ ਉਹ ਮੰਕੀ ਵਾਇਰਸ ਨਵਾਂ ਜਿਹੜਾ ਉਹਦਾ ਰੌਲਾ ਪੈ ਗਿਆ, ਤੇ ਕੈਨੇਡਾ ਵਿੱਚ ਵੀ ਉਹਦੀਆਂ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆਈਆਂ, ਕੁਝ ਲੋਕ ਅਫੈਕਟ ਹੋਣੇ ਸ਼ੁਰੂ ਹੋ ਗਏ ਹੈਗੇ ਆ ਜੀ, ਉਹਨਾਂ ਤੇ ਇਫੈਕਟ ਪੈਣਾ ਸ਼ੁਰੂ ਹੋ ਗਿਆ। ਤੇ ਕੀ ਇਹ ਚਰਚਾ ਚੱਲ ਪਈ ਹੈ ਕਿ ਕੀ ਮਾਸਕ ਜਿਹੜੇ ਬਾਰੇ ਗਵਰਨਮੈਂਟ ਨੇ ਵੀ ਕਹਿਤਾ ਸੀ ਹੁਣ ਤੁਹਾਨੂੰ ਲੋੜ ਨਹੀਂ ਹੈ ਜੀ। ਬਿਲਕੁਲ। ਮਾਸਕ ਸਿਰਫ ਸਰਕਾਰੀ ਦਫ਼ਤਰਾਂ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ, ਉੱਥੇ ਕੰਮ ਕਰਨ ਵਾਲੇ ਮੁਲਾਜ਼ਮ ਜਿਹੜੇ ਉਹਨਾਂ ਨੂੰ ਪਾਉਣਾ ਪੈਂਦਾ ਜੀ, ਜਾਂ ਤੁਸੀਂ ਸਟੋਰ ਦੇ ਉੱਤੇ ਜਾਂਦੇ ਜੀ, ਸਟੋਰ 'ਚ ਜਾਂਦੇ ਹੋ, ਤੁਹਾਨੂੰ ਉਹਨਾਂ ਨੂੰ EMPLOYEES ਨੂੰ ਪਾਉਣਾ ਪੈਂਦਾ। ਚੰਗੀ ਗੱਲ ਉਹ ਅਜੇ ਪ੍ਰੀਕਾਸ਼ਨ ਲੈ ਰਹੇ, ਪਰ ਕੀ ਆਮ ਲੋਕਾਂ ਨੂੰ ਵੀ ਪ੍ਰੀਕਾਸ਼ਨ ਲੈ ਲੈਣੀ ਚਾਹੀਦੀ? ਮੈਨੂੰ ਲੱਗਦਾ ਕਿ ਇਹਦੇ ਬਾਰੇ ਜ਼ਰੂਰ ਚਰਚਾ ਹੋਵੇ। ਬਿਲਕੁਲ ਜੀ। ਇਹ ਹੁਣ ਲੱਗ ਰਿਹਾ ਵੀ ਜਿਹੜੇ ਚਾਂਸਸ ਨੇ, ਗਵਰਨਮੈਂਟ ਥੋੜੇ ਜਿਹੇ ਇੰਡੀਕੇਸ਼ਨ ਦੇ ਰਹੀ ਹੈਗੀ ਆ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਮਾਸਕ ਆ ਜਿਹੜਾ ਫੇਰ ਇੱਕ ਵਾਰੀ ਕਹਿ ਦੇਣ ਵੀ ਥੋੜਾ ਜਿਹਾ ਬਚਾਅ ਦੇ ਵਿੱਚ ਹੀ ਬਚਾਅ ਹੈ ਤੇ ਬਚੇ। ਆਦਤ ਤਾਂ ਪੈ ਹੀ ਚੁੱਕੀ ਜੀ ਸਾਨੂੰ ਮਾਸਕ ਲਾਉਣ ਦੀ, ਹੁਣ ਲਾ ਲੈਣਾ ਚਾਹੀਦਾ ਜੀ ਜੀ, ਡਿਸਟੈਂਸ ਵੀ ਰੱਖ ਲੈਣਾ ਚਾਹੀਦਾ। ਹੁਣ ਦੇਖੋ ਸਮਰ ਆ ਗਈ ਹੈ ਤੇ ਸਮਰ ਦੇ ਵਿੱਚ ਅਸੀਂ ਸਾਰੇ ਲੋਕਾਂ ਨੇ ਸਕੂਲਾਂ ਦੇ ਵਿੱਚ ਬੱਚਿਆਂ ਨੇ ਛੁੱਟੀਆਂ ਤੋਂ ਬਾਅਦ ਬੀਚਾਂ ਤੇ ਵੀ ਜਾਣਾ ਜੀ, ਬਿਲਕੁਲ, ਅਸੀਂ ਪਾਰਕਾਂ 'ਚ ਵੀ ਜਾਣਾ, ਅਸੀਂ ਇੱਧਰ ਉੱਧਰ ਹੋਰ ਵੀ ਘੁੰਮਣ ਥਾਵਾਂ ਤੇ ਜਾਣਾ, ਕਿਤੇ ਪ੍ਰੋਗਰਾਮ ਕਰਾਊਡ ਹੋਣੇ ਨੇ, ਪ੍ਰੋਗਰਾਮ ਹੋਣੇ ਨੇ ਜੀ, ਗਾਣੇ ਵਜਾਣੇ ਹੋਣੇ ਨੇ, ਕਿਤੇ ਸ਼ਾਦੀਆਂ ਹੋਣੀਆਂ ਨੇ। ਬਿਲਕੁਲ। ਕਿਤੇ ਵੀ ਤੁਸੀਂ ਜਾਣਾ ਹੈਗਾ ਤਾਂ ਕਰਾਊਡ ਤਾਂ ਹੋਣੀ ਹੈ ਜੀ, ਠੀਕ ਹੈ ਜੀ। ਉਸ ਕਰਾਊਡ ਦੇ ਵਿੱਚ ਕਿਸੇ ਇੱਕ ਬੰਦੇ ਨੂੰ ਵੀ ਇਹ ਸ਼ਿਕਾਇਤ ਹੋਈ ਜੀ ਤੇ ਜੇ ਧਿਆਨ 40-50 ਦਾ ਲਾਈਵ ਬੈਠੂਗਾ ਜੀ, ਹਾਂ, ਧਿਆਨ ਨਾ ਰੱਖਿਆ ਤੇ ਬਹੁਤਾ ਨੁਕਸਾਨ ਹੋ ਜਾਊਗਾ। ਤੇ ਮਾਸਕ ਲਾਉਣ ਦੀ ਆਦਤ ਪਈ ਹੋਈ ਹੈ, ਇਹਨੂੰ ਕੰਟੀਨਿਊ ਕਰ ਲਿਆ ਜਾਵੇ ਤੇ ਚੰਗੀ ਗੱਲ ਹੈ। ਸਿਹਤ ਸਾਡੀ ਹੈ ਜੀ, ਜੇ ਅਸੀਂ ਧਿਆਨ ਰੱਖਾਂਗੇ ਤੇ ਸ਼ਾਇਦ ਫਾਇਦਾ ਹੋ ਜਾਊਗਾ। ਇਹਦੇ ਨਾਲ ਇੱਕ ਗੱਲ ਹੋਰ ਹੈ ਜੀ, ਹੋਮ ਕੇਅਰਸ ਦੇ ਬਾਰੇ ਇੱਕ ਚਰਚਾ ਹੁੰਦੀ ਸੀਗੀ ਪਹਿਲਾਂ ਕਿ ਹੋਮ ਕੇਅਰਸ ਦੇ ਲਈ ਹੈਲਥ ਡਿਪਾਰਟਮੈਂਟ ਨੂੰ ਆਉਂਦੀਆਂ ਹੈਗੀਆਂ ਦੂਸਰੀਆਂ ਇਨਸਟਰਕਸ਼ਨ, ਫੋਨ ਕਾਲ ਆਉਂਦੀਆਂ ਕਿ ਸਾਨੂੰ ਹੋਮ ਕੇਅਰ ਦੀ ਲੋੜ ਹੈਗੀ ਆ ਜੀ, ਠੀਕ ਹੈ ਜੀ। ਪਰ
ਡਿਊਰਿੰਗ ਕਰੋਨਾ ਵੀ ਇਹ ਘਟੀ ਸੀਗੀ, ਘਟੀ ਜੀ। ਹੋਮ ਕੇਅਰ ਵਿੱਚ ਉਦੋਂ ਤਾਂ ਹੈਲਥ ਅਥਾਰਟੀਜ਼ ਵੀ ਕਹਿੰਦੀਆਂ ਸੀ ਭਾਈ ਅਸੀਂ ਨਹੀਂ ਆ ਸਕਦੇ, ਅਸੀਂ ਬੰਦਾ ਨਹੀਂ ਪ੍ਰੋਵਾਈਡ ਕਰ ਸਕਦੇ, ਤੁਸੀਂ ਆਪਦੇ ਬੰਦੇ ਨੂੰ ਰਿਸਕ 'ਚ ਨਹੀਂ ਪਾਉਣਾ ਹੈਗਾ, ਤੁਸੀਂ ਆਪਦੇ ਪੇਸ਼ੈਂਟ ਦੀ, ਆਪਦੇ ਘਰ ਦੇ ਜੀਅ ਦਾ ਧਿਆਨ ਤੁਸੀਂ ਆਪ ਰੱਖੋ ਜੀ। ਬਿਲਕੁਲ ਠੀਕ ਹੈ ਜੀ। ਹੁਣ ਇੱਕ ਬੜੀ ਵੈਸੇ ਹੈਰਾਨੀ ਵਾਲੀ ਗੱਲ ਆ, ਉਂਝ ਚੰਗੀ ਗੱਲ ਜੀ, ਕੱਲੇ ਅਪ੍ਰੈਲ ਮਹੀਨੇ ਵਿੱਚ ਯਾਨੀ 1 ਮਹੀਨਾ ਪਹਿਲਾਂ 27,000 ਜਿਹੜੀਆਂ ਸੀਗੀਆਂ ਅਪੁਆਇੰਟਮੈਂਟ ਮੈਨੀਟੋਬਾ 'ਚ ਉਹ ਕੈਂਸਲ ਹੋ ਗਈਆਂ ਜੀ ਜੀ। ਇਹਦਾ ਮਤਲਬ ਉਹਨਾਂ ਲੋਕਾਂ ਨੂੰ ਲੋੜ ਨਹੀਂ ਸੀ ਜੀ, ਉਹਨਾਂ ਲੋਕਾਂ ਨੂੰ ਲੋੜ ਨਹੀਂ ਸੀ, ਜਾਂ ਉਹਨਾਂ ਨੂੰ ਲੋੜ ਸੀ ਤੇ ਉਹਨਾਂ ਨੇ ਸੋਚਿਆ ਵੀ ਹੁਣ ਅਸੀਂ ਇਹਨੂੰ ਕੈਂਸਲ ਕਰ ਲਈਏ ਜੀ। ਇਹ ਇੱਕ ਚੰਗਾ ਪੱਖ ਹੈ ਇਹਦਾ। ਦੋਹਰਾ ਇਹਦਾ ਇੰਪੈਕਟ ਕੀ ਹੈਗਾ ਜੀ ਜੀ। ਹੈਲਥ ਡਿਪਾਰਟਮੈਂਟ ਦੇ ਉੱਤੇ ਪ੍ਰੈਸ਼ਰ ਬੜਾ ਜੀ। ਬਿਲਕੁਲ ਬਿਲਕੁਲ ਜੀ। ਇੱਕ ਤਾਂ ਉਹਨਾਂ ਜਿਸ ਤਰ੍ਹਾਂ ਆਮ ਤੌਰ ਤੇ ਇਕੱਲਾ ਇਹ ਹੋਮ ਕੇਅਰ ਜਿਹੜਾ ਹੋਮ 'ਚ ਨਹੀਂ ਹੈ ਜੀ, ਹੋਰ ਵੀ ਇਹਨਾਂ ਦੇ ਜਿਹੜੇ ਪ੍ਰੋਗਰਾਮ ਚੱਲਦੇ ਹੈਗੇ ਨੇ ਗਵਰਨਮੈਂਟ ਵੱਲੋਂ, ਉੱਥੇ ਵੀ ਉਹ ਬੰਦਿਆਂ ਨੂੰ ਲਿਜਾਇਆ ਜਾਂਦਾ ਡੇ ਟਾਈਮ ਦੇ ਵਿੱਚ, ਉਸ ਤੋਂ ਬਾਅਦ ਉਹਨੂੰ ਘਰੇ ਜਿਹੜਾ ਛੱਡਿਆ ਜਾਂਦਾ, ਤਾਂ ਉੱਥੇ ਵੀ ਹੋਮ ਕੇਅਰ ਦੀ ਜ਼ਰੂਰਤ ਪੈਂਦੀ। ਹਾਂਜੀ ਹਾਂਜੀ। ਇਹ ਜਿਹੜਾ ਪ੍ਰੈਸ਼ਰ ਸੀਗਾ ਜੀ ਹੈਲਥ ਅਥਾਰਟੀਜ਼ ਦੇ ਉੱਤੇ, ਹੈਲਥ ਡਿਪਾਰਟਮੈਂਟ ਦੇ ਉੱਤੇ, ਉਹ ਪ੍ਰੈਸ਼ਰ ਵੈਸੇ ਘਟਿਆ। ਉਹਦੇ ਨਾਲ ਫਾਇਦਾ ਕੀ ਹੋਊਗਾ ਕਿ ਜਿਹੜੇ ਹਸਪੀਟਲਾਈਜ਼ ਹੋਏ ਲੋਕ, ਜਾਂ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਆ, ਜਾਂ ਜਿਨ੍ਹਾਂ ਨੂੰ ਹੋਰ ਮੈਡੀਕਲ ਦੀ ਤੁਰੰਤ ਲੋੜ ਹੈਗੀ ਆ, ਉਹਨਾਂ ਨੂੰ ਫਾਇਦਾ ਹੋ ਸਕਦਾ, ਉਹਨਾਂ ਵੱਲ ਧਿਆਨ ਉਹ ਸਟਾਫ ਜ਼ਿਆਦਾ ਦੇ ਸਕਦਾ ਜੀ। ਪਰ ਇਹਦੇ ਨਾਲ ਇੱਕ ਹੋਰ ਨਵੀਂ ਗੱਲ ਆ ਗਈ ਜੀ, ਐਂਬੂਲੈਂਸ ਦੀ। ਕਹਿੰਦੇ ਜੀ ਐਂਬੂਲੈਂਸ ਦਾ ਜਿਹੜਾ ਵੇਟਿੰਗ ਟਾਈਮ ਸੀ ਉਹ ਬਹੁਤ ਵੱਧ ਗਿਆ ਜੀ। ਬਿਲਕੁਲ ਜੀ। ਹਾਲਾਂਕਿ ਬਹੁਤ ਇਨ ਦੀ ਸੈਂਸ ਕਿ ਜਦੋਂ ਐਂਬੂਲੈਂਸ ਆ ਤੇ ਉਹਦੇ ਲਈ ਤੁਸੀਂ ਦੇਖਿਆ ਹੋਣਾ ਸੜਕ ਦੇ ਉੱਤੇ ਜਦੋਂ ਐਂਬੂਲੈਂਸ ਜਾ ਰਹੀ ਹੈ ਤੇ ਉਹ ਇੱਕ ਹਾਰਨ, ਬਿਲਕੁਲ ਸਾਇਰਨ ਵਗੈਰਾ ਉਹਨਾਂ ਦੀ ਇੰਡੀਕੇਸ਼ਨ ਕਰਦੀਆਂ, ਸਾਇਰਨ ਵੱਜਦਾ ਜਾਂਦਾ ਹੈਗਾ ਤੇ ਲੋਕ ਪਾਸੇ ਹੋ ਜਾਂਦੇ ਜੀ ਜੀ। ਈਵਨ ਦੈਨ ਇਹ ਸ਼ਿਕਾਇਤ ਹੈ ਕਿ ਜਿੱਥੇ ਪਹਿਲਾਂ 10 ਤੋਂ 12-13 ਮਿੰਟ ਲੱਗਦੇ ਹੁੰਦੇ ਸੀ, ਹੁਣ ਉਹ ਤਕਰੀਬਨ ਦੁੱਗਣੇ ਲੱਗਣ ਲੱਗ ਪਏ ਜੀ ਜੀ ਜੀ। ਬਿਲਕੁਲ। ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਕਿ ਕਿਦਾਂ ਕਿਉਂ ਹੋ ਰਹੀ ਹੈ? ਦੇਖੋ ਇਹ ਪ੍ਰਾਇੋਰਟੀ ਦੇ ਆਧਾਰ ਦੇ ਉੱਤੇ ਹੈ ਜੀ। ਜਿਹੜਾ ਐਂਬੂਲੈਂਸ ਆ ਉਹ ਕਿਸੇ ਐਮਰਜੈਂਸੀ ਦੇ ਉਹਦੇ ਵਿੱਚ ਹੀ ਬੁਲਾਇਆ ਜਾਂਦਾ ਹੈਗਾ, ਚਾਹੇ ਕੋਈ ਘਰ ਦੇ ਵਿੱਚ ਆ, ਚਾਹੇ ਕੋਈ ਰੋਡ ਐਕਸੀਡੈਂਟ ਆ, ਉੱਥੇ ਇਮੀਡੀਏਟ ਜਿਹੜੀ ਸਰਵਿਸਿਜ਼ ਇਹ ਨਹੀਂ ਹੈਗਾ ਵੀ ਵਧੀਆ ਨਹੀਂ ਹੈਗੀਆਂ, ਸਰਵਿਸਿਜ਼ ਬਹੁਤ ਵਧੀਆ ਆਪਣੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ, ਪਰ ਜਿਹੜਾ ਵੇਟਿੰਗ ਟਾਈਮ ਦੇ ਵਿੱਚ ਵਾਧਾ ਹੋਣਾ ਇਹ ਇੱਕ ਮੰਦਭਾਗੀ ਘਟਨਾ ਹੈਗੀ ਆ, ਵੀ ਮੰਦਭਾਗੀ ਲੱਗ ਰਹੀ ਆ ਮੈਨੂੰ। ਇੱਕ ਹੋਰ ਲੱਗਦਾ ਜੀ, ਜਦੋਂ ਤੋਂ ਐਮਰਜੈਂਸੀ ਤੇ ਇੱਕ ਉਹ ਜਿਹੜਾ ਕੇਅਰਿੰਗ ਸੈਂਟਰ ਵਾਲਾ ਹੈ ਨਾ ਜੀ, ਉਹ ਇੱਕ ਡਿਫਰੈਂਸ਼ੀਏਟ ਕੀਤਾ ਗਿਆ, ਤੇ ਉਦੋਂ ਮੈਨੂੰ ਲੱਗਦਾ ਕਿ ਜਿਹੜੇ ਉਹ ਐਂਬੂਲੈਂਸ ਵਾਲੇ ਉਹ ਚੁਆਇਸ ਕਰਨ ਲੱਗਿਆ, ਵੀ ਫੈਸਲਾ ਕਰਨ ਲੱਗਿਆ, ਡਿਸੀਜਨ ਲੈਣ ਲੱਗਿਆ ਵੀ ਟਾਈਮ ਲਾ ਦਿੰਦੇ ਆ ਜੀ ਜੀ। ਜਿਸ ਤਰ੍ਹਾਂ ਕਿੱਥੇ ਭੇਜਿਆ ਜਾਵੇ, ਬਿਲਕੁਲ ਜੀ, ਜਿਵੇਂ ਹਸਪੀਟਲਾਂ ਦੇ ਵਿੱਚ ਹੁੰਦਾ ਵੀ ਜੇ ਕੋਈ ਐਮਰਜੈਂਸੀ ਵਿੱਚ ਗਿਆ ਜੀ ਬੰਦਾ, ਉਹ ਦੇਖਦੇ ਨੇ ਵੀ ਕਿੰਨੀ ਕਿਹਨੂੰ ਐਮਰਜੈਂਸੀ ਦੀ ਜ਼ਰੂਰਤ ਆ। ਕਈ ਵਾਰੀ ਬੰਦੇ ਦੇ ਦਰਦ ਵੱਧ ਹੋ ਰਿਹਾ, ਉਹ ਦੇਖ ਲੈਂਦੇ ਨੇ, ਜੱਜ ਕਰ ਲੈਂਦੇ ਨੇ ਵੀ ਕਿੰਨਾ ਟਾਈਮ ਕੱਢ ਜੂਗਾ ਜੀ। ਉਹ ਹੋ ਸਕਦਾ ਇਸੇ ਤਰ੍ਹਾਂ ਵੀ ਜਦੋਂ ਐਮਰਜੈਂਸੀ ਲਈ ਕਾਲ ਜਾ ਰਹੀਆਂ ਨੇ, ਜਿਹੜਾ ਐਮਰਜੈਂਸੀ ਡਿਸਪੈਚ ਹੈਗਾ ਉਹ ਦੇਖ ਰਿਹਾ, ਉਹ ਮਤਲਬ ਸੁਣ ਤਾਂ ਸਾਰੇ ਰਹੇ ਹੁੰਦੇ ਨੇ, ਤਾਂ ਉਹ ਦੇਖ ਰਹੇ ਹੁੰਦੇ ਨੇ ਵੀ ਕਿੰਨੀ ਕੁ ਸੀਰੀਅਸ ਹੈਗਾ ਜਿਹੜਾ ਕੰਡੀਸ਼ਨਾਂ ਵਿੱਚ ਐਂਬੂਲੈਂਸ ਭੇਜਣ ਦਾ ਹੈਗਾ। ਬਿਲਕੁਲ। ਇੱਕ ਹੋਰ ਜੀ ਸਮਰ ਦੇ ਨਾਲ ਰਿਲੇਟਡ ਗੱਲ ਹੈ ਜੀ। ਜਦੋਂ ਸਮਰ ਆਉਂਦੀ ਹੈ ਤੇ ਅਸੀਂ ਸਾਰੇ ਬੜੇ ਖੁਸ਼ ਹੁੰਦੇ ਆ, ਤੇ ਅਸੀਂ ਇਕੱਲੇ ਖੁਸ਼ ਨਹੀਂ ਹੁੰਦੇ ਜੀ, ਪਸ਼ੂ ਪੰਛੀ ਵੀ ਖੁਸ਼ ਹੁੰਦੇ। ਬਿਲਕੁਲ ਜੀ ਬਿਲਕੁਲ। ਤੁਸੀਂ ਨੋਟ ਕੀਤਾ ਹੋਊਗਾ ਇਹ ਏਰੀਆ ਜਿਹੜਾ ਨਾਰਥ ਅਮਰੀਕਾ ਠੰਡਾ ਏਰੀਆ ਜਿਹੜਾ ਹੈਗਾ, ਇੱਥੋਂ ਪੰਛੀ ਜਿਹੜੇ ਆ ਉਹ ਚਲੇ ਜਾਂਦੇ ਆ ਵਿੰਟਰ ਵਿੱਚ ਤੇ ਫਿਰ ਵਾਪਸ ਆਉਂਦੇ ਨੇ ਜੀ। ਬਿਲਕੁਲ। ਹਜ਼ਾਰਾਂ ਲੱਖਾਂ ਕਿਲੋਮੀਟਰ ਦਾ ਸਫ਼ਰ ਕਰਕੇ ਉਹ ਵਾਪਸ ਆਉਂਦੇ ਜੀ ਜੀ। ਬਿਲਕੁਲ। ਇਸ ਸਫ਼ਰ ਦੌਰਾਨ ਵੀ ਬਹੁਤ ਸਾਰੇ ਪੰਛੀ ਜਿਹੜੇ ਹੈਗੇ ਜੀ ਉਹ ਆਪਦੀ ਜਾਨ ਤੋਂ ਹੱਥ ਧੋ ਬੈਂਦੇ ਜੀ। ਬਿਲਕੁਲ। ਇੰਨਾ ਲੰਮਾ ਸਫ਼ਰ ਉਹ ਕਰ ਨਹੀਂ ਸਕਦੇ ਜੀ। ਬਿਲਕੁਲ। ਕਿਉਂਕਿ ਉਹ ਤਾਂ ਇੱਕ ਦੂਜੇ ਦੇ ਪਿੱਛੇ ਡਾਰ ਬਣ ਕੇ ਤੁਰੇ ਆਉਂਦੇ ਨੇ ਜੀ ਜੀ ਜੀ। ਇੱਕ ਖਬਰ ਹੈ ਜੀ ਕਿ 6 ਤੋਂ 8 ਮਿਲੀਅਨ ਜੀ ਪੰਛੀ ਜੀ ਹਰ ਰੋਜ਼ ਮਰਦੇ ਜੀ, ਹਰ ਰੋਜ਼ 6 ਤੋਂ 8 ਮਿਲੀਅਨ ਜੀ। ਇਦੋਂ ਜਿਹੜੀ ਵੱਡੀ ਗੱਲ ਖਤਰਨਾਕ, ਇਹ ਤਾਂ ਸਾਡੇ ਵੱਸ ਨਹੀਂ ਆ ਨਾ, ਕਿਉਂਕਿ ਉਹ ਤਾਂ ਸਫ਼ਰ ਕਰਦੇ ਆ ਰਹੇ ਜੀ ਜੀ ਜੀ। ਬਿਲਕੁਲ। ਉਹ ਸਫ਼ਰ ਅਸੀਂ ਤਾਂ ਨਹੀਂ ਉਹਨਾਂ ਨੂੰ ਕਰਵਾ ਰਹੇ, ਉਹ ਆਪ ਕਰ ਰਹੇ, ਪਰ ਸਾਡੇ ਲੈਵਲ ਤੇ ਕੀ ਅਸੀਂ ਕਰ ਸਕਦੇ ਹਾਂ ਉਹਨਾਂ ਦੇ ਬਚਾਅ ਦੇ ਲਈ? ਬਹੁਤ ਵੱਡੀਆਂ ਵੱਡੀਆਂ ਉੱਚੀਆਂ ਬਿਲਡਿੰਗਾਂ ਜੀ ਜੀ। ਬਿਲਕੁਲ। ਤੁਸੀਂ ਦੇਖੋ ਡਾਊਨਟਾਊਨ ਦੇ ਵਿੱਚ 40-40 50-50 ਮੰਜ਼ਿਲਾਂ ਦੀਆਂ ਬਿਲਡਿੰਗਸ ਹੈਗੀਆਂ, ਸਟੋਰੀ ਬਿਲਡਿੰਗਾਂ ਜੀ, ਔਰ ਸ਼ੀਸ਼ਿਆਂ ਦੀਆਂ ਜੀ। ਪੰਛੀਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਮੈਂ ਥਰੂ ਜਾ ਸਕਦਾ ਇਹਦੇ ਕਿ ਨਹੀਂ ਜਾ ਸਕਦਾ, ਉਹ ਸ਼ੀਸ਼ੇ ਦੇ ਵਿੱਚ ਵੱਜਦੀਆਂ। ਬਿਲਕੁਲ ਜੀ। ਆਪਾਂ ਨੇ ਪਹਿਲਾਂ ਵੀ ਇਹ ਕਿਸੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਸੀਗੀ ਵੀ ਜਿਹੜੇ ਹਾਈ ਰਾਈਜ਼ ਬਿਲਡਿੰਗ ਬਣਦੀਆਂ ਨੇ ਉਹਨਾਂ ਦੇ ਜਿਹੜੇ ਸ਼ੀਸ਼ੇ ਨੇ ਕਲੀਅਰ ਹੁੰਦੇ ਨੇ, ਤੇ ਉਹ ਪੰਛੀ ਨੂੰ ਵੀ ਇਦਾਂ ਹੀ ਲੱਗ ਰਿਹਾ ਜਿਵੇਂ ਆਪਾਂ ਆਮ ਸ਼ੀਸ਼ੇ ਦੇ ਵੀ ਇਹ ਕਲੀਅਰ ਹੈਗਾ, ਉਹ ਜਾ ਕੇ ਉਹਦੇ ਵਿੱਚ ਟਰੱਕ ਦੇ ਲੱਗਦੇ ਨੇ ਤੇ ਬਿਲਕੁਲ ਉਹਨਾਂ ਦੀ ਸਿੱਧੀ ਜਿਹੜੀ ਚੋਂਚ ਆ ਜਾਂ ਗਰਦਨ ਸਿੱਧੀ ਲੱਗਦੀ ਤਾਂ ਨਾਲੇ ਡੈਥ ਹੋ ਜਾਂਦੀ। ਬਿਲਕੁਲ। ਇਹਦੇ ਬਾਰੇ ਜੀ ਸਿਟੀ ਕੀ ਸੋਚਦੀ ਆ, ਸਰਕਾਰ ਕੀ ਸੋਚਦੀ ਆ,
ਬੜਾ ਸੀਰੀਅਸ ਮਸਲਾ, ਪਰ ਬਹੁਤ ਸਾਰੇ ਘਰਾਂ ਦੇ ਵਿੱਚੋਂ ਸ਼ਿਕਾਇਤਾਂ ਆਉਂਦੀਆਂ ਜੀ ਜਦੋਂ ਧੁੱਪ ਸਿੱਧੀ ਤੁਹਾਡੇ ਪੈਂਦੀ ਆ, ਜਿਹੜਾ ਫੈਮਿਲੀ ਰੂਮ ਹੈਗਾ ਉਹ ਜਾਂ ਜਿੱਧਰੋਂ ਤੁਹਾਡੀ ਐਂਟਰੈਂਸ ਹੈਗੀ ਹੈ ਘਰ ਦੀ, ਉੱਥੇ ਵੱਡੀ ਸਾਰੀ ਵਿੰਡੋ ਲੱਗੀ ਹੁੰਦੀ ਹੈ, ਕਈ ਪੰਛੀ, ਛੋਟੇ ਪੰਛੀ, ਚਿੜੀਆਂ ਹੋਈਆਂ, ਤੋਤੇ ਹੋਏ, ਛੋਟੇ ਛੋਟੇ ਪੰਛੀ ਜਿਹੜੇ, ਉਹਨਾਂ ਦੀ ਵੀ ਉਹਨਾਂ ਸ਼ੀਸ਼ਿਆਂ 'ਚ ਵੱਜ ਕੇ, ਦੀਵਾਰਾਂ 'ਚ ਵੱਜ ਕੇ ਡੈਥ ਹੁੰਦੀ ਹੈ ਜੀ। ਬਿਲਕੁਲ। ਕੀ ਇਹਦਾ ਕੁਝ ਹੱਲ ਕੀਤਾ ਜਾ ਸਕਦਾ? ਮੈਨੂੰ ਲੱਗਦਾ ਤੁਸੀਂ ਜੇ ਪਰਦੇ ਕਰਕੇ ਰੱਖੋ, ਕਰਟਨ ਕਰਕੇ ਰੱਖੋ, ਦਿਨ ਵੇਲੇ ਵੀ ਕਰਕੇ ਰੱਖੋ, ਚਲੋ ਅੰਦਰ ਤੁਹਾਨੂੰ ਲੱਗਦਾ ਕਿ ਬਾਹਰ ਉਹ ਨੈਚੁਰਲ ਲਾਈਟ ਜਿਹੜੀ ਆਉਣੀ ਚਾਹੀਦੀ, ਪਰ ਜੇ ਕਿਸੇ ਤੁਹਾਨੂੰ ਲੱਗਦਾ ਕਿ ਤੁਹਾਡੇ ਘਰ ਦੀ ਡਾਇਰੈਕਸ਼ਨ ਇਸ ਤਰੀਕੇ ਦੀ ਆ ਵੀ ਉੱਥੋਂ ਧੁੱਪ ਇੰਨੀ ਜ਼ਿਆਦਾ ਪੈਂਦੀ ਆ, ਤੁਹਾਨੂੰ ਧੁੱਪ ਅੰਦਰ ਬੈਠਣ ਨੂੰ ਵੀ ਚੁੱਭਦੀ ਹੋਊਗੀ, ਗਰਮੀ ਵੀ ਲੱਗਦੀ ਹੋਊਗੀ, ਜੇ ਥੋੜੇ ਜਿਹੇ ਕਰਟਨ ਕਰ ਲਏ ਜਾਣ ਤੇ ਪੰਛੀਆਂ ਨੂੰ ਪਤਾ ਲੱਗ ਜਾਂਦਾ ਕਿ ਇਹ ਦੀਵਾਰ ਹੈ। ਬਿਲਕੁਲ ਜੀ, ਆਪਣਾ ਇਹ ਤਾਂ ਪੰਛੀ ਨੇ ਤਾਂ ਇਨਸਾਨ ਦੇ ਉੱਤੇ ਵੀ ਦੇਖਿਆ ਜਾਂਦਾ। ਕਈ ਵਾਰੀ ਕਈ ਬਿਲਡਿੰਗਾਂ ਦੀ ਐਂਟਰੈਂਸ ਗੇਟ ਦੇ ਉੱਤੇ ਸ਼ੀਸ਼ਾ ਹੀ ਲੱਗਿਆ ਹੁੰਦਾ, ਆਪਾਂ ਨੂੰ ਭੁਲੇਖਾ ਹੀ ਹੁੰਦਾ ਜੇ ਉੱਥੇ ਕੋਈ ਪੋਸਟਰ ਜਾਂ ਉੱਥੇ ਕੋਈ ਸਟਿੱਕਰ ਨਾ ਲਗਾਇਆ ਹੋਵੇ ਤਾਂ ਆਪਾਂ ਉਹ ਸ਼ੀਸ਼ੇ ਦੇ ਵਿੱਚ ਵੀ ਕਈ ਵਾਰੀ ਅਚਾਨਕ ਵੱਜ ਜਾਂਦੇ। ਬਿਲਕੁਲ ਜੀ, ਭੁਲੇਖਾ ਲੱਗਦਾ ਹੁੰਦਾ ਜੀ। ਇੱਕ ਚਲੋ ਜੀ ਭੁਲੇਖੇ ਵਾਲੀ ਗੱਲ ਹੀ ਸੀਗੀ, ਭੁਲੇਖਾ ਸੀਗਾ ਕਿ ਪੂਰੇ ਕੈਨੇਡਾ ਦੇ ਸਾਰੇ ਪ੍ਰੋਵਿੰਸਿਸ ਉਹਨਾਂ ਦੀਆਂ ਸਰਕਾਰਾਂ ਮੰਨ ਚੁੱਕੀਆਂ ਕਿ ਮਹਿੰਗਾਈ ਬਹੁਤ ਹੋ ਗਈ ਹੈ ਤੇ ਮਿਨੀਮਮ ਵੇਜਸ ਵਧਾ ਦਿੱਤੀ ਜਾਵੇ। ਸਾਨੂੰ ਭੁਲੇਖਾ ਸੀਗਾ ਕਿ ਮੈਨੀਟੋਬਾ ਵਿੱਚ ਵੀ ਵਧਾਈ ਜਾਊ, ਮਿਨੀਮਮ ਵੇਜਸ ਜਿਹੜੀਆਂ ਉਹ ਵੱਧ ਜਾਣਗੀਆਂ, ਪਰ ਨਹੀਂ ਵਧੀਆਂ, ਭੁਲੇਖਾ ਸਾਡਾ ਕਾਇਮ ਰਹਿ ਗਿਆ ਉਦਾਂ ਹੀ। ਉਹਦੇ ਪਿੱਛੇ ਕਾਰਨ ਕੀ ਹੈ ਜੀ? ਮੈਨੀਟੋਬਾ ਗਵਰਨਮੈਂਟ ਕਹਿੰਦੀ ਜੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਦਿਨਾਂ 'ਚ ਪਤਾ ਨਹੀਂ ਕਦੋਂ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਿਜ਼ਨਸਿਸ ਨਾਲ ਤੇ ਜਿਹੜੀਆਂ ਲੇਬਰ ਯੂਨੀਅਨਸ ਆ ਉਹਨਾਂ ਨਾਲ ਗੱਲ ਕਰਾਂਗੇ ਤੇ ਫਿਰ ਨੈਗੋਸ਼ੀਏਟ ਕਰਾਂਗੇ ਕਿੰਨੀ ਰਾਈਜ਼ ਦੇਣੀ ਹੈ ਜੀ। ਤੁਸੀਂ ਦੇਖੋ ਵੀ ਜੇ 40 ਸੈਂਟ ਰਾਈਜ਼ ਦੇਣੀ ਹੈਗੀ ਤੇ 40 ਸੈਂਟ ਦੇ ਮੁਕਾਬਲੇ ਦੇਖ ਲਓ ਵੀ ਦੁੱਧ ਦਾ ਭਾਅ ਜਿਹੜਾ ਫਾਰਮਰਸ ਜਿਹੜੇ ਹੈਗੇ ਆ, ਡੇਅਰੀ ਫਾਰਮਰਸ ਹੈ, ਉਹ ਇੱਕ ਵਾਰੀ ਰੇਟ ਵੱਧ ਚੁੱਕਾ ਤੇ ਉਹ ਕਹਿੰਦੇ ਜੀ ਸਾਨੂੰ ਇਸੇ ਸਾਲ ਹੋਰ ਰੇਟ ਵਧਾਉਣ ਦੀ ਇਜਾਜ਼ਤ ਦਿੱਤੀ ਜਾਵੇ। ਦੁੱਧ ਦੇ ਪ੍ਰਾਈਸ ਵੱਧ ਸਕਦੇ ਆ, ਸਰਕਾਰ ਨੇ ਵਧਾ ਦੇਣੇ ਆ, ਬ੍ਰੈਡ ਦੇ ਪ੍ਰਾਈਸ ਵੱਧ ਸਕਦੇ ਆ, ਐਗਸ ਦੇ ਪ੍ਰਾਈਸ ਵੱਧ ਸਕਦੇ ਆ, ਤੇ ਜਦੋਂ ਵੇਜਸ ਆਉਂਦੀ ਹੈ ਤਾਂ ਉਦੋਂ ਕਹਿੰਦੇ ਜੀ ਬਿਜ਼ਨਸ ਤੁਹਾਡੇ ਨਾਲ ਗੱਲ ਕਰਕੇ ਦੱਸਾਂਗੇ ਜੀ। ਬਿਲਕੁਲ, ਆਮ ਤੌਰ ਦੇ ਉੱਤੇ ਹਰ ਇੱਕ ਬੰਦੇ ਨੂੰ ਪਤਾ ਹੈਗਾ ਜਿਹੜੇ ਮਿਨੀਮਮ ਵੇਜਸ ਦੇ ਉੱਤੇ ਕੰਮ ਕਰ ਰਹੇ ਨੇ, ਜਿਸ ਟਾਈਮ ਉਸ ਟਾਈਮ ਵੀ ਗੈਸ ਦੀ ਜਿਹੜੀ ਪ੍ਰਾਈਸ ਸੀ $1 ਆ ਤੇ ਅੱਜ 2 ਆ। ਗੈਸ ਦੀ ਤਾਂ ਇਹ ਮੇਨ ਕੰਜ਼ੰਪਸ਼ਨ ਹੁੰਦੀ ਹੈ ਜੀ, ਜਿਹੜੇ ਬੰਦੇ ਕੰਮਾਂ ਤੇ ਜਾਂਦੇ ਨੇ, ਗੱਡੀ ਦੇ ਵਿੱਚ ਤੇਲ ਪਾਉਂਦੇ ਨੇ, ਉਹ ਵੀ ਉਹਨਾਂ ਦੇ ਡਬਲ ਹੋ ਚੁੱਕਿਆ ਹੈਗਾ, ਗੈਸ ਪ੍ਰਾਈਸਿਸ ਡਬਲ ਹੋ ਚੁੱਕੇ ਆਲਮੋਸਟ, ਤੇ ਸੈਲਰੀ ਦਾ ਤਾਂ ਕੁਝ ਹੋ ਨਹੀਂ ਰਿਹਾ ਹੈਗਾ। ਨਹੀਂ ਜੀ, ਗੈਸ ਪ੍ਰਾਈਸ ਵਧਾਉਣ ਲੱਗਿਆ ਤੁਸੀਂ ਪੁੱਛਿਆ ਲੋਕਾਂ ਨੂੰ? ਜੀ। ਹੁਣ ਤੁਸੀਂ ਕਹਿੰਦੇ ਹੋ ਕਿ ਅਸੀਂ ਲੋਕਾਂ ਦੀ ਤਨਖਾਹ ਵਧਾਉਣ ਦੇ ਲਈ ਬਿਜ਼ਨੈਸ ਨੂੰ ਪੁੱਛਾਂਗੇ। ਬਿਲਕੁਲ ਜੀ, ਇਸ ਤਰ੍ਹਾਂ ਹੀ ਜਿਹੜੇ ਲੇਬਰ ਯੂਨੀਅਨ ਦੀ ਤੁਸੀਂ ਗੱਲ ਕਰ ਰਹੇ ਹੋ, ਲੇਬਰ ਯੂਨੀਅਨ ਦੇਖੋ ਜਿੰਨੇ ਵੀ EMPLOYE ਹੈਗੇ ਨੇ, ਹਰ ਇੱਕ ਜਗ੍ਹਾ ਲੇਬਰ ਯੂਨੀਅਨ ਬਣੀਆਂ ਹੋਈਆਂ ਨੇ, ਕਿਤੇ ਹੁੰਦੀਆਂ ਕਿਤੇ ਨਹੀਂ ਹੁੰਦੀਆਂ, ਮਤਲਬ ਮੋਸਟਲੀ ਹੈਗੀਆਂ ਨੇ ਜੀ, ਦੇਖੇ ਨੇ, ਪਰ ਉਹ ਆਏ ਵਾਰੀ ਗੱਲ ਕਰਦੇ ਨੇ, ਮੈਨੂੰ ਨਹੀਂ ਲੱਗਦਾ ਹੈਗਾ ਵੀ ਉਹ ਵੀ ਕੋਈ ਚਲੋ ਉਹਨਾਂ ਦੀ ਵੀ ਕੋਈ ਸਾਠਗਾਂਠ ਹੈ ਜੀ। ਲੇਬਰ ਨੂੰ ਆਪਦੇ ਮੈਂਬਰਾਂ ਨੂੰ ਰਿਪਰੈਜ਼ੈਂਟ ਕਰਦੇ, ਕਿੰਨਾ ਕੁ ਕਰਦੇ ਆ, ਅਸੀਂ ਉਸ ਕੰਟਰੋਵਰਸੀ 'ਚ ਨਹੀਂ ਪੈਂਦੇ, ਪਰ ਸਵਾਲ ਤੇ ਪਤਾ ਕਿ ਲੋਕਾਂ ਦੀ ਗੱਲ ਲੋੜ ਤਾਂ ਜਾਇਜ਼ ਆ ਨਾ, ਮੰਗ ਤਾਂ ਗੱਲ ਜਾਇਜ਼ ਹੈਗੀ ਆ ਕਿ ਭਾਈ ਤਨਖਾਹ ਘੱਟੋ ਘੱਟ ਤਨਖਾਹ ਤਾਂ ਵਧਾਈ ਜਾਵੇ। ਬਿਲਕੁਲ, ਉਹਦੇ ਲਈ ਬਿਜ਼ਨਸ ਨੂੰ ਕਿਉਂ ਪੁੱਛਿਆ ਜਾਵੇ? ਦੇਖੋ ਹਰ ਇੱਕ ਚੀਜ਼ 'ਚ ਵਾਧਾ ਹੋ ਰਿਹਾ, ਗੈਸ ਪ੍ਰਾਈਸ ਵਧ ਰਹੀਆਂ ਨੇ, ਗਰੋਸਰੀਜ਼ ਵਧ ਰਹੀਆਂ ਨੇ, ਟੈਕਸ ਵਧ ਰਹੇ ਨੇ, ਹਰ ਇੱਕ ਚੀਜ਼ ਦੇ ਵਿੱਚ ਬੱਸਿਸ ਦੇ ਫੇਅਰ ਵਧ ਰਹੇ ਨੇ। ਜੇ ਆਪਾਂ ਆਮ ਕਾਮਨ ਮੈਨ ਦੀ ਗੱਲ ਕਰ ਰਹੇ ਹੈਗੇ ਆ, ਇਹਨਾਂ ਵਾਸਤੇ ਹਰ ਇੱਕ ਚੀਜ਼ 'ਚ ਵਾਧਾ ਹੋ ਰਿਹਾ, ਪਰ ਜਿੱਥੋਂ ਉਹਨਾਂ ਨੇ ਪੇ ਕਰਨਾ ਉਹ ਚੀਜ਼ ਨਹੀਂ ਵਧ ਰਹੀ, ਜਿੱਥੋਂ ਉਹਨਾਂ ਨੂੰ ਇਨਕਮ ਹੋਣੀ ਹੈ। ਚਲੋ ਜਿੱਥੇ ਸਰਕਾਰ ਦਾ ਜ਼ੋਰ ਚੱਲਦਾ ਜੀ, ਉਹ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰਨੀ ਚਾਹੁੰਦਾ ਜੀ। ਮੈਨੀਟੋਬਾ ਦੇ ਵਿੱਚ ਜਿਹੜੀ ਸ਼ਰਾਬ ਦੀ ਵਿਕਰੀ ਹੈਗੀ ਆ, ਸੇਲ ਹੈ, ਪ੍ਰਾਈਵੇਟ ਸੇਲ ਕੀਤੀ ਜਾਣੀ ਦਾ ਫੈਸਲਾ ਕਰ ਲਿਆ ਗਿਆ ਜੀ, ਲਗਭਗ ਫੈਸਲਾ ਹੋ ਗਿਆ, ਔਰ ਇਹ ਕਦੋਂ ਇੰਪਲੀਮੈਂਟ ਹੋ ਜਾਣਾ ਬਹੁਤ ਛੇਤੀ ਉਮੀਦ ਕੀਤੀ ਜਾਂਦੀ ਪਈ ਹੈ। 5 ਸਾਲਾਂ ਇੱਕ ਪਾਇਲਟ ਪ੍ਰੋਗਰਾਮ ਚਲਾਇਆ ਜਾ ਰਿਹਾ ਜੀ। ਹੁਣ ਤੱਕ ਇਹ ਲਿਕਰ ਸਟੋਰ ਤੋਂ, ਜਿਹੜੇ ਸਰਕਾਰ ਦੇ ਸਟੋਰ ਹੈ ਮੈਨੀਟੋਬਾ 'ਚ, ਲਿਕਰ ਦੀ ਜਿਹੜੀ ਲਿਕਰ ਐਂਡ ਲਾਟਰੀ ਕਾਰਪੋਰੇਸ਼ਨ ਹੈ, ਉਹਦੇ ਅੰਡਰ ਜਿਹੜੀ ਆ ਸ਼ਰਾਬ ਦੀ ਵਿਕਰੀ ਕੀਤੀ ਜਾਂਦੀ ਹੈ, ਪਰ ਹੁਣ ਉਹ ਆਮ ਸਟੋਰਾਂ ਤੋਂ, ਜਿਹੜੇ ਮਰਜ਼ੀ ਸਟੋਰ ਤੋਂ ਜਾ ਕੇ ਤੁਸੀਂ ਬਾਏ ਕਰ ਸਕਦੇ ਹੋ। ਇਹਦਾ ਕੀ ਅਸਰ ਪਊਗਾ, ਚੰਗਾ ਪੈਂਦਾ ਕਿ ਮਾੜਾ ਪੈਂਦਾ, ਇਹ ਤੁਸੀਂ ਸਾਰੇ ਜਾਣਦੇ, ਜਾਣਦਾ ਤਾਂ ਮੈਂ ਵੀ ਹੈ, ਪਰ ਆਪਾਂ ਇੱਥੇ ਗੱਲ ਫੇਰ ਕਰਾਂਗੇ ਜੀ। ਬਿਲਕੁਲ, ਹਾਲ ਦੀ ਘੜੀ ਸਿਰਫ ਜਾਣਕਾਰੀ ਹੈ ਜੀ, ਠੀਕ ਹੈ ਜੀ। ਇੱਕ ਜਾਣਕਾਰੀ ਹੋਰ ਜਿਹੜੀ ਕਰ ਲਈਏ ਜੀ, ਉਹ ਇਹ ਹੈ ਕਿ ਜਿਹੜੀ ਬਿਜਾਈ ਇਹਨਾਂ ਦਿਨਾਂ ਦੇ ਵਿੱਚ, ਪਹਿਲਾਂ ਕਹਿ ਲਓ ਵੀ ਸਨੋ ਜਿਹੜੀ ਸੀ ਮੈਲਟ ਹੋਣ ਲੱਗਿਆ ਟਾਈਮ ਲੱਗ ਗਿਆ, ਫਿਰ ਜੇ ਮੈਲਟ ਹੋਈ ਤੇ ਖੇਤ ਪਾਣੀ ਨਾਲ ਭਰ ਗਏ, ਉਦੋਂ ਬਾਅਦ ਬਾਰਿਸ਼ ਹੋ ਗਈ ਜੀ, ਬਰਸਾਤ ਆਈ, ਇਹ ਉੱਥੇ ਸਿੱਲ ਇੰਨੀ ਜ਼ਿਆਦਾ ਹੋ ਗਈ ਕਿ ਖੇਤ ਜਿਹੜੀ ਪਹਿਲਾਂ ਕਣਕ ਬੀਜੀ ਹੋਈ ਸੀਗੀ ਉਹ ਨਿਕਲ ਹੀ ਨਹੀਂ ਸਕੀ, ਦੁਬਾਰਾ ਜਿਹੜੇ ਖੇਤ ਵਾਹੁਣੇ ਪਏ, ਵਾਹ ਕੇ ਉਹਦੀ ਬਿਜਾਈ ਜਿਹੜੀ ਸੀਗੀ ਉਹ ਹੁਣ ਹੋਣੀ ਸ਼ੁਰੂ ਹੋਈ ਜੀ। ਇਹਨਾਂ ਦਿਨਾਂ 'ਚ 90%, 75 ਤੋਂ 90% ਤੱਕ ਬਿਜਾਈ ਅੱਗੇ ਹੋ ਜਾਂਦੀ ਹੁੰਦੀ ਹੈ। ਬਿਲਕੁਲ ਜੀ, ਪਰ ਹੁਣ ਇਸ ਵਾਰੀ ਬਿਜਾਈ ਅੱਧੀ ਵੀ ਨਹੀਂ ਅਜੇ ਹੋਈ ਜੀ। ਸਪੀਡ ਸਲੋ ਹੈ,
ਤੇ ਸਪੀਡ ਸਲੋ ਹੋਣ ਦੇ ਪਿੱਛੇ ਕਾਰਨ ਜਿਹੜਾ ਉਹ ਮੈਂ ਦੱਸ ਚੁੱਕਾ ਹੈਗਾ ਜੀ ਜੀ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਸਾਨੂੰ ਉਹਨਾਂ ਫਸਲਾਂ ਜਿਹੜੀਆਂ ਪੈਦਾ ਹੁੰਦੀਆਂ ਮੈਨੀਟੋਬਾ ਦੇ ਵਿੱਚ, ਮੁੱਖ ਤੌਰ ਤੇ ਕਣਕ ਹੈ, ਸਰੋਂ ਹੈ, ਸੂਰਜਮੁਖੀ ਹੈ, ਆਲੂ ਹੈ ਜਾਂ ਹੋਰ ਕੁਝ ਸਬਜ਼ੀਆਂ ਹੈਗੀਆਂ, ਉਹਨਾਂ ਦੀ ਤੋੜ ਤਾਂ ਨਾ ਆਜੂ, ਥੁੜ ਤਾਂ ਨਾ ਆਜੂ, ਇਸ ਗੱਲ ਲਈ ਸਾਨੂੰ ਚੌਕਸ ਰਹਿਣ ਦੀ ਲੋੜ ਹੈ। ਬਿਲਕੁਲ ਜੀ। ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਹੁਣੇ ਗੱਲ ਕਰਤੀ ਹੈ ਤੇ ਜਿਹੜੇ ਹੈਗੇ 40 ਬੈਗ ਆਟੇ ਦੇ ਲਿਆ ਕੇ ਘਰ ਰੱਖ ਲਓ, ਵੀ ਪਤਾ ਨਹੀਂ ਆਟਾ ਮਿਲਿਆ ਕਰਨਾ ਕਿ ਨਹੀਂ ਕਰਨਾ, ਇਦਾਂ ਦੀ ਕੋਈ ਗੱਲ ਨਹੀਂ ਹੈ। ਪਰ ਇਹ ਹੋ ਸਕਦਾ ਇਹ ਵੀ ਮਹਿੰਗਾਈ ਵਾਲੇ ਪਾਸੇ ਨੂੰ ਮੋੜ ਕੱਟਿਆ ਜਾਵੇ ਤੇ ਸਾਨੂੰ ਉਹਦੇ ਲਈ ਤਿਆਰ ਰਹਿਣਾ ਚਾਹੀਦਾ। ਵਿਨੀਪੈਗ ਦੀਆਂ ਸੜਕਾਂ ਬਾਰੇ ਅਸੀਂ ਆਮ ਗੱਲਾਂ ਕਰਦੇ ਰਹਿੰਦੇ ਜੀ। ਬਿਲਕੁਲ, ਵਿਨੀਪੈਗ ਦੀਆਂ ਸੜਕਾਂ ਦੇਖੋ, ਪੋਟ ਹੋਲਸ ਤਾਂ ਆਪਾਂ ਨੂੰ ਦਿਖੇ ਰਹੇ ਨੇ, ਜਿੱਥੇ ਵੀ ਆਪਾਂ ਨੂੰ ਖੁਦ ਨਜ਼ਰ ਆਏ ਨੇ, ਆਪਾਂ ਨੇ ਸਿਟੀ ਤੱਕ ਪਹੁੰਚਾਇਆ, ਲੋਕਾਂ ਨੇ ਵੀ ਪਹੁੰਚਾਏ ਹੈਗੇ ਨੇ। ਕੁਝ ਹੱਦ ਤੱਕ ਮਤਲਬ ਜਿਹੜੇ ਪੋਟ ਹੋਲ ਨੇ ਭਰੇ ਵੀ ਗਏ ਨੇ, ਕੁਝ ਸੜਕਾਂ ਦੇ ਉੱਤੇ ਕੰਮ ਵੀ ਚੱਲ ਰਿਹਾ, ਪਰ ਉਸ ਰਫ਼ਤਾਰ ਨਾਲ ਨਹੀਂ ਚੱਲ ਰਿਹਾ ਤੇ ਉਸ ਪ੍ਰੋਪਰ ਤਰੀਕੇ ਨਾਲ ਨਹੀਂ ਚੱਲ ਰਿਹਾ। ਵੀ ਜੇ ਕਿਸੇ ਸੜਕ ਦੇ ਵਿੱਚ ਕੰਮ ਚੱਲ ਵੀ ਰਿਹਾ ਹੈਗਾ, ਖਾਸ ਕਰਕੇ ਕੁਇਟਨ ਦੇ ਲੈ ਕੇ ਐਡਸਮ ਤੱਕ ਦੇਖਿਆ ਜੀ, ਉਹਨਾਂ ਨੇ ਸੜਕ ਬਿਲਕੁਲ ਖਰਾਬ ਸੀ, ਉਹਨਾਂ ਨੇ ਥੋੜੇ ਜਿਵੇਂ ਆਪਣੇ ਮਤਲਬ ਇਹ ਲਗਾ ਲਓ ਵੀ 10 ਬਾਈ 25 ਜਾਂ ਜੋ ਵੀ ਉਹਦਾ ਸਾਈਜ਼ ਹੈਗਾ, ਛੋਟੇ ਪੀਸ ਨਵੇਂ ਕਰਕੇ ਪਾ ਰਹੇ ਨੇ। ਇਹ ਨਹੀਂ ਹੈ ਵੀ ਯਕਦਮ ਉਹਨੂੰ ਤੁਸੀਂ ਨਵੀਂ ਬਣਾ ਦਿਓ ਤੇ ਘੱਟੋ ਘੱਟ ਉਹਦੇ 20-30 ਸਾਲ ਤਾਂ ਚੱਲੇ ਉਹ। ਇੱਕ ਅਦਾਰਾ ਹੈਗਾ ਜੀ, ਉਹਦਾ ਨਾਮ ਹੈ CAA ਜੀ। ਇੱਕ ਕਿਸਮ ਦੀ ਇਹਨੇ ਇੱਕ ਐਨਾਲਾਈਜ਼ ਕੀਤਾ, ਸਰਵੇ ਕੀਤਾ, ਹਰ ਸਾਲ ਸਰਵੇ ਕਰਦੇ। ਇਹ ਕਹਿੰਦੇ ਵੀ ਆ ਸਰਕਾਰ ਨੂੰ ਕਿ ਤੁਸੀਂ ਟੈਕਸ ਲੈਂਦੇ ਹੋ, ਰੋਡ ਟੈਕਸ ਵੀ ਲੈਂਦੇ ਹੋ, ਟੈਕਸ ਅਸੀਂ ਇੰਸ਼ੋਰੈਂਸ ਵੀ ਭਰਦੇ ਹੈਗੇ ਆ, ਤੁਸੀਂ ਕਿਉਂ ਨਹੀਂ ਲੋਕਾਂ ਨੂੰ ਵਧੀਆ ਫੈਸਿਲਿਟੀਜ਼ ਦਿੰਦੇ? ਵਧੀਆ ਫੈਸਿਲਿਟੀ ਕਿਹੜੀ? ਸੜਕਾਂ ਦੀ ਫੈਸਿਲਿਟੀ ਦੀ ਗੱਲ ਉਹ ਕਰਦੇ ਰਹਿੰਦੇ। ਉਹਨਾਂ ਨੇ ਇੱਕ ਸਰਵੇ ਕੀਤਾ ਜਿਸ ਦੀ ਰਿਪੋਰਟ ਕੱਢੀ ਹੈ ਕਿ ਸਸਕੈਚੁਅਨ ਐਵਨਿਊ ਨਾਰਥ ਵਿੱਚ ਹੈ ਜੀ, ਸਸਕੈਚੁਅਨ ਐਵਨਿਊ ਸਭ ਤੋਂ ਵਰਸਟ ਰੋਡ ਹੈ ਵਿਨੀਪੈਗ ਸਿਟੀ ਦੀ। ਬਿਲਕੁਲ ਜੀ। ਉਹਨਾਂ ਨੇ ਇੱਕ ਟੌਪ 10 ਜਿਹੜੀਆਂ ਮਤਲਬ ਖਰਾਬ ਸੜਕਾਂ ਨੇ ਉਹਨਾਂ ਦਾ ਸਰਵੇ ਉਹਨਾਂ ਨੇ ਜਨਤਾ ਤੱਕ ਲਿਆਂਦਾ, ਉਹਨਾਂ ਦਾ ਜ਼ਿਕਰ ਕੀਤਾ। ਜੀ। ਸਸਕੈਚੁਅਨ ਐਵਨਿਊ ਜਿਹੜੀ ਸਭ ਤੋਂ ਮਾੜੀ ਸੜਕ ਹੈ ਜੀ, ਔਰ ਇਦਾਂ ਹੀ ਇਹਨਾਂ ਨੇ ਇੱਕ ਵਰਸਟ ਜਿਹੜੀ ਮੈਨੀਟੋਬਾ ਦੀ ਕਹੀ ਹੈ, ਇਹ ਮੈਨੀਟੋਬਾ 'ਚ ਸੈਕੰਡ ਵਰਸਟ ਹੈ। ਵਿਨੀਪੈਗ ਦੀ ਫਸਟ ਵਰਸਟ ਤੇ ਮੈਨੀਟੋਬਾ ਦੀ ਸੈਕੰਡ ਵਰਸਟ ਜਿਹੜੀ ਹੈਗੀ ਹੈ ਇਹ ਸੜਕ ਹੈ। 10 ਸੜਕਾਂ ਜਿਵੇਂ ਦੱਸਿਆ ਜੀ ਲਖਵਿੰਦਰ ਜੀ ਨੇ, 10 ਸੜਕਾਂ ਦੀ ਉਹਨਾਂ ਨੇ ਲਿਸਟ ਜਾਰੀ ਕੀਤੀ ਹੈ। ਤੇ ਅਸਲ ਵਿੱਚ ਤਾਂ ਮੈਨੂੰ ਲੱਗਦਾ ਕਿ ਸਿਟੀ ਨੂੰ ਜਾਂ ਪ੍ਰੋਵਿੰਸ ਦੀ ਗਵਰਨਮੈਂਟ ਨੂੰ ਸ਼ੀਸ਼ਾ ਦਿਖਾਉਣ ਵਾਲੀ ਗੱਲ। ਬਿਲਕੁਲ ਜੀ। ਇਹ ਲੋਕਲ ਆਪਣੇ ਵਿਨੀਪੈਗ ਦੇ ਸੜਕਾਂ ਤੋਂ ਬਾਹਰ ਕੁਝ ਜਿਹੜੇ ਲੋਕਲ ਨੇੜੇ ਤੇੜੇ ਦੇ ਹਾਈਵੇਜ਼ ਨੇ, ਜਿਹੜੇ ਲਿੰਕ ਹਾਈਵੇਜ਼ ਨੇ, ਉਹਨਾਂ ਦੀਆਂ ਸੜਕਾਂ ਦੀ ਜਾਣਕਾਰੀ ਵੀ ਇਹਦੇ ਵਿੱਚ ਦਿੱਤੀ ਆ। ਆਪਣੇ ਨਾਰਥ ਦੇ ਵਿੱਚ ਲੀਲਾ, ਜਿਹੜੀ ਮੇਨ ਲੀਲਾ ਮੈਕਫਲਿਪਸ ਲੀਲਾ, ਜਿੱਥੇ ਮਤਲਬ ਲੀਲਾ ਹੀ ਹੋਈ ਰਹਿੰਦੀ ਆ ਹਰ ਟਾਈਮ, ਗਾਰਡਨ ਸਿਟੀ ਦੇ ਏਰੀਏ ਦੀ ਮੇਨ ਰੋਡ ਆ ਜਿਹੜੀ ਮਤਲਬ ਆਪਣੇ ਐਂਬਰ ਟ੍ਰੇਲ ਨੂੰ ਸਾਰਾ ਕੁਝ ਜੋੜਦੀ ਹੈਗੀ ਆ, ਉਹ ਵੀ ਉਸ ਰੋਡ ਦਾ ਨਾਮ ਇਸ ਲਿਸਟ ਦੇ ਵਿੱਚ ਉਹਦਾ ਜ਼ਿਕਰ ਵੀ ਆਇਆ ਜੀ। ਛੋਟੀਆਂ ਦੋ ਖਬਰਾਂ ਹੋ ਰਹੀਆਂ, ਸਮਾਂ ਸਾਡੇ ਕੋਲ ਘੱਟ ਹੈ। ਇੱਕ ਤਾਂ ਇਹ ਹੈ ਕਿ ਤੁਸੀਂ ਦੇਖਿਆ ਹੋਣਾ ਸਮਰ ਆਉਂਦਿਆਂ ਸਾਰੀ ਕਮਿਊਨਿਟੀ ਸਰਵਿਸਿਜ਼ ਦੇ ਕੰਮ ਬੜੇ ਸ਼ੁਰੂ ਹੋ ਜਾਂਦੇ ਆ। ਸਕੂਲੀ ਬੱਚਿਆਂ ਨੂੰ ਵੀ ਕਿਹਾ ਜਾਂਦਾ ਕਿ ਉਹ ਕਮਿਊਨਿਟੀ ਦਾ ਕੰਮ ਕਰਨ, ਸਾਫ਼ ਸਫਾਈ ਦਾ ਆਪਦਾ ਏਰੀਆ ਜਿਹੜਾ ਸਰਾਊਂਡਿੰਗ ਏਰੀਆ, ਉਹ ਪਾਰਕ ਹੈਗੇ ਜਾਂ ਸੜਕਾਂ ਹੈਗੀਆਂ, ਡਰਾਈਵ ਜਿਹੜੇ ਹੈਗੇ ਆ, ਉਹਨਾਂ ਦੀ ਸਾਫ਼ ਸਫਾਈ ਵੱਲ ਧਿਆਨ ਦੇਣ। ਟੀਚਰ ਆਪ ਮੋਹਰੇ ਲੱਗਦੇ ਆ, ਬੱਚਿਆਂ ਨੂੰ ਨਾਲ ਲੈਂਦੇ ਆ। ਕਮਿਊਨਿਟੀ ਵਿੱਚ ਕੰਮ ਕਰਨ ਵਾਲੀਆਂ ਬਹੁਤ ਸਾਰੀਆਂ ਸੰਸਥਾਵਾਂ ਵੀ ਇਹ ਯੋਗਦਾਨ ਪਾਉਂਦੀਆਂ। ਇਹ ਇੱਕ ਬੜੀ ਜਿਹੜੀ ਖਤਰਨਾਕ ਖਬਰ ਜਾਂ ਚਿੰਤਾ ਵਾਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਜੀ, ਕਮਿਊਨਿਟੀ ਸਰਵਿਸਿਜ਼ ਦੇ ਬੱਚੇ ਜਿਹੜੇ ਸੀਗੇ ਉਹ ਇਸੇ ਤਰ੍ਹਾਂ ਹੀ ਕੰਮ ਕਰਦੇ ਸੀ। ਪੈਮਨਾ ਸਕੂਲ ਪੈਮਨਾ ਸਕੂਲ ਡਿਵੀਜ਼ਨ ਉਹਦੇ 7ਵੀਂ 8ਵੀਂ ਜਮਾਤ ਦੇ ਬੱਚੇ, 7th 8th ਗ੍ਰੇਡ ਦੇ ਬੱਚੇ ਜਦੋਂ ਆਲੇ ਦੁਆਲੇ ਸਫਾਈ ਕਰ ਰਹੇ ਸੀ ਤਾਂ ਉਹਨਾਂ ਨੂੰ ਇੱਕ ਖਾਲੀ ਥਾਂ ਤੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਜੀ। ਹੈਰਾਨੀ ਵਾਲੀ ਗੱਲ ਹੈ, ਚਿੰਤਾ ਵਾਲੀ ਵੀ ਗੱਲ ਹੈ ਕਿ ਉਹ ਲਾਸ਼ ਪਤਾ ਨਹੀਂ ਕਦੋਂ ਦੀ ਹੋਊਗੀ ਉੱਥੇ ਪਈ, ਸਨੋ ਉੱਤੇ ਆ ਗਈ, ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਉੱਥੇ ਹੋ ਸਕਦਾ ਕੋਈ ਕੂੜਾ ਕਰਕਟ ਦਾ ਢੇਰ ਹੋਵੇ, ਉਹ ਥੱਲੇ ਦੱਬੀ ਗਈ ਹੋਵੇ, ਜਾਂ ਲੋਕੀ ਕੂੜਾ ਕਰਕਟ ਸੁੱਟਦੇ ਹੋਣ। ਪਰ ਬੱਚਿਆਂ ਨੂੰ ਜਦੋਂ ਉਹ ਲਾਸ਼ ਦਾ ਪਤਾ ਲੱਗਾ, ਉਹਨਾਂ ਦੇ ਅੰਦਰ ਦਹਿਸ਼ਤ ਤਾਂ ਫੈਲ ਗਈ। ਉਹ ਬੱਚਿਆਂ ਨੂੰ ਕਿਸੇ ਹੋਰ ਤਰੀਕੇ ਨਾਲ ਮਾਨਸਿਕ ਤੌਰ ਤੇ ਉਹਨਾਂ ਨੂੰ ਪ੍ਰਪੇਅਰ ਕੀਤਾ ਜਾ ਰਿਹਾ ਤਾਂ ਕਿ ਉਹ ਇਸ ਗੱਲ ਤੋਂ ਡਰ ਪੈਦਾ ਉਹਨਾਂ ਦੇ ਦਿਲਾਂ ਵਿੱਚ, ਮਨਾਂ ਵਿੱਚ ਨਾ ਹੋ ਜਾਵੇ। ਪਰ ਇਹਦੇ ਲਈ ਸਿਟੀ ਪੁਲਿਸ ਨੂੰ ਜਾਂ ਸਿਟੀ ਐਡਮਿਨਿਸਟ੍ਰੇਸ਼ਨ ਨੂੰ ਜ਼ਰੂਰ ਡਰ ਪੈਦਾ ਹੋਣਾ ਚਾਹੀਦਾ ਕਿ ਇੱਦਾਂ ਦੀਆਂ ਘਟਨਾਵਾਂ ਕਿਉਂ ਹੋ ਰਹੀਆਂ। ਇਸ ਤੋਂ ਪਹਿਲਾਂ ਜਿਹੜੇ ਸੀ ਹੋਮੋਸਾਈਡ ਦੀਆਂ ਗੱਲਾਂ ਆਉਂਦੀਆਂ ਜਾਂ ਕਿਤੇ ਚੋਰੀ ਚਕਾਰੀ ਦੀਆਂ ਗੱਲਾਂ ਆਉਂਦੀਆਂ, ਪਰ ਇਹੋ ਜਿਹੀ ਖਬਰ ਜਿਹੜੀ ਸੀ ਉਹ ਪਹਿਲੀ ਵਾਰੀ ਆਈ ਹੈਗੀ ਹੈ। ਇਹ ਸਾਡੇ ਸਮਾਜ ਲਈ ਚਿੰਤਾ ਵਾਲਾ ਵਿਸ਼ਾ ਹੈਗਾ। ਇੱਕ ਸਮਾਜ ਦੀ ਚਿੰਤਾ ਜਦੋਂ ਅਸੀਂ ਕਰਦੇ ਨਾ ਜੀ, ਇੱਕ ਮੈਂ ਚੰਗੀ ਖਬਰ ਜਿੱਦਾਂ ਆਪਾਂ ਕਹਿੰਦੇ ਨੇ ਅਖੀਰ ਤੇ ਕਰਨੀ ਹੈਗੀ। ਥੋੜੇ ਦਿਨ ਹੋਏ ਜੀ, ਜਿਹੜੇ
ਕੈਨੇਡਾ ਦੇ ਵਿੱਚ ਇੰਡੀਅਨ ਕਾਉਂਸਲਰ ਹੈਗੇ, ਇੰਡੀਅਨ ਹਾਈ ਕਮਿਸ਼ਨ, ਹਾਂਜੀ ਉਹ ਕਮਿਸ਼ਨ, ਉਹ ਆਏ ਜੀ ਵਿਨੀਪੈਗ ਦੇ ਵਿੱਚ ਜੀ, 2 ਦਿਨ ਇੱਥੇ ਰਹੇ ਤੇ ਅਖੀਰਲੇ ਦਿਨ ਜਿਹੜਾ ਉਹਨਾਂ ਦਾ ਲਾਸਟ ਡੇ ਸੀਗਾ, ਉਦੋਂ ਮੈਨੂੰ ਤੇ ਲਖਵਿੰਦਰ ਕੌਸ਼ਿਕ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਜੀ ਬਿਲਕੁਲ, ਤੁਸੀਂ ਦੱਸੋ ਜੀ ਕੀ ਗੱਲਬਾਤ ਹੋਈ? ਬਿਲਕੁਲ ਜੀ, ਆਪਾਂ ਨੇ ਆਪਣੇ, ਕਿਉਂਕਿ ਆਪਾਂ ਪ੍ਰਦੇਸ਼ਾਂ ਦੇ ਵਿੱਚੋਂ ਮਤਲਬ ਪ੍ਰਦੇਸ਼ਾਂ ਵਿੱਚ ਰਹਿਣੇ, ਆਪਣੇ ਦੇਸ਼ ਛੱਡ ਕੇ ਆਏ ਨੇ। ਆਪਣੇ ਦੇਸ਼ ਦੇ ਜਿਹੜੇ ਮੇਨ ਇੱਥੇ ਹਾਈ ਕਮਿਸ਼ਨ ਸੀ ਉਹ ਵਿਨੀਪੈਗ ਦੇ ਵਿੱਚ ਆਏ ਨੇ, ਪਹਿਲੀ ਵਾਰੀ ਆਏ ਸੀਗੇ ਉਹ। ਹਾਲਾਂਕਿ ਉਹਨਾਂ ਨੇ ਦੱਸਿਆ ਵੀ ਉਹ ਮਤਲਬ ਜਲਦੀ ਰਿਟਾਇਰ ਹੋਣ ਵਾਲੇ, ਪਰ ਆਪਾਂ ਨੇ ਆਪਣੀ ਕਮਿਊਨਿਟੀ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਦੱਸਿਆ ਵੀ ਸਾਨੂੰ ਜਿਹੜੇ ਜਿੰਨੇ ਵੀ ਇੰਡੀਅਨਸ ਹੈਗੇ ਨੇ ਇੱਥੇ ਕੈਨੇਡਾ ਦੇ ਵਿੱਚ ਵੱਸਦੇ ਨੇ ਜਾਂ ਵਿਨੀਪੈਗ ਦੇ ਵਿੱਚ ਵੀ ਵੱਸਦੇ ਨੇ, ਵੀ ਕੀ ਮੁਸ਼ਕਲਾਂ ਆ ਰਹੀਆਂ ਨੇ, ਉਹਦੇ ਬਾਰੇ ਸਰਕਾਰ ਤੋਂ ਮਤਲਬ ਆਪਣੇ ਉਹਨਾਂ ਨੂੰ ਕੁਝ ਜਿਹੜੀਆਂ ਆਪਣੀਆਂ ਡਿਮਾਂਡ ਸੀਗੀਆਂ ਉਹ ਤੁਸੀਂ ਗੱਲ ਕਰੀਏ ਜੀ, ਤੁਸੀਂ ਦੱਸੋ। ਹਾਂਜੀ, ਉਹ ਸਾਡਾ ਮਕਸਦ ਸੀ ਜੀ ਵਿਨੀਪੈਗ ਦੀਆਂ ਜਿਹੜੀਆਂ ਮੁਸ਼ਕਲਾਂ ਲੋਕਾਂ ਨੂੰ, ਸਾਡੇ ਇੰਡੀਅਨਸ ਜਿਹੜੇ ਹੈਗੇ ਜਾਂ ਏਸ਼ੀਅਨ ਲੋਕ ਹੈਗੇ, ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਜਿਨ੍ਹਾਂ ਨੂੰ ਸਰਕਾਰੀ ਪੱਧਰ ਤੇ ਜੇ ਦੱਸਿਆ ਜਾਵੇ ਤੇ ਸੋਲਵ ਹੋ ਸਕਦੀਆਂ ਜੀ। ਸਾਡੀ ਡਿਮਾਂਡ ਸੀ ਜੀ, ਔਰ ਸਾਡਾ ਕੁਐਸਚਨ ਸੀ ਜਿਹਦਾ ਜਵਾਬ ਵੀ ਉਹਨਾਂ ਨੇ ਦਿੱਤੇ ਜੀ। ਪਹਿਲਾ ਕੁਐਸਚਨ ਇਹ ਸੀ ਕਿ ਵਿਨੀਪੈਗ 'ਚ ਕਮਿਊਨਿਟੀ ਹੁਣ ਬਹੁਤ ਹੈਗੀ ਹੈ, ਵਿਨੀਪੈਗ ਤੋਂ ਸਾਡੇ ਦਿੱਲੀ ਨੂੰ ਜਾਂ ਅੰਮ੍ਰਿਤਸਰ ਨੂੰ ਜਾਂ ਚੰਡੀਗੜ੍ਹ ਨੂੰ ਕਿਤੇ ਵੀ, ਯਾਨੀ ਸਾਡਾ ਮਕਸਦ ਸੀ ਇੰਡੀਆ ਜੀ, ਵੀ ਇੰਡੀਆ ਨੂੰ ਕੋਈ ਡਾਇਰੈਕਟ ਫਲਾਈਟ ਚਲਾਈ ਜਾਵੇ ਜੀ। ਬਿਲਕੁਲ, ਭਾਵੇਂ ਉਹਨਾਂ ਨੇ ਇੰਡੀਅਨ ਹਾਈ ਕਮਿਸ਼ਨ ਨੇ ਇਹ ਗੱਲ ਕਹੀ ਕਿ ਇਹ ਹੁਣ ਸਰਕਾਰ ਦੇ ਲੈਵਲ ਦੀ ਗੱਲ ਨਹੀਂ ਹੈਗੀ, ਇਹ 에ਅਰਲਾਈਨਸ ਲੈਵਲ ਦੀ ਗੱਲ ਹੈ ਜੀ। 에ਅਰਲਾਈਨਸ ਜਿਹੜਾ ਉਹ ਸਾਡੀ ਤਾਂ ਸਿੱਧੀ ਪਹੁੰਚ ਹੀ ਹੈ ਨਹੀਂ, ਨਾ 에ਅਰ ਇੰਡੀਆ ਤੱਕ ਪਹੁੰਚ ਹੈ, ਉਹ ਵੀ ਪ੍ਰਾਈਵੇਟ ਕੰਪਨੀ ਹੈ, ਨਾ 에ਅਰ ਕੈਨੇਡਾ ਤੱਕ ਪਹੁੰਚ ਹੈ, ਉਹ ਵੀ ਪ੍ਰਾਈਵੇਟ ਕੰਪਨੀ ਹੈ। ਅਸੀਂ ਤਾਂ ਸਰਕਾਰਾਂ ਨੂੰ ਹੀ ਕਹਿਣਾ ਹੁੰਦਾ ਨਾ ਜੀ। ਤੇ ਤੁਸੀਂ ਸਾਰੇ ਲੋਕ ਵੀ ਇਸ ਗੱਲ ਦਾ ਟੈਂਪੂ ਬਣਾਉਣ ਦੇ ਲਈ, ਇਸ ਗੱਲ ਦਾ ਜ਼ੋਰ ਪਾਉਣ ਲਈ, ਇਸ ਗੱਲ ਨੂੰ ਐਮਫੈਸਾਈਜ਼ ਕਰਨ ਲਈ ਰਲ ਮਿਲ ਕੇ ਇਕੱਠੇ ਹੋ ਕੇ ਅੱਗੇ ਆਓ, ਤਾਂ ਕਿ ਜਿੱਦਾਂ ਅਸੀਂ ਉਸ ਵੇਲੇ ਜਿਹੜੀਆਂ ਸਾਨੂੰ ਲੱਗੀਆਂ ਮੁਸ਼ਕਲਾਂ ਅਸੀਂ ਉਹਨਾਂ ਨਾਲ ਸ਼ੇਅਰ ਕੀਤੀਆਂ। ਦੂਜੀ ਮੁਸ਼ਕਲ ਅਸੀਂ ਜਿਹੜੀ ਸ਼ੇਅਰ ਕੀਤੀ ਉਹ ਸੀ ਕਿ ਮੈਨੀਟੋਬਾ ਦੇ ਵਿੱਚ MPNP ਪ੍ਰੋਗਰਾਮ ਜਿਹੜਾ ਉਹ ਬਹੁਤ ਦੇਰ ਤੋਂ ਬੰਦ ਹੋਇਆ ਪਿਆ ਜੀ। ਕੀ ਤੁਸੀਂ ਇੰਡੀਆ ਗਵਰਨਮੈਂਟ ਮੈਨੀਟੋਬਾ ਗਵਰਨਮੈਂਟ ਨਾਲ ਗੱਲ ਕਰਕੇ ਉਸ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰੂਗੀ? ਇਸ ਗੱਲ ਤੇ ਇੰਡੀਅਨ ਹਾਈ ਕਮਿਸ਼ਨ ਨੇ ਕਿਹਾ ਕਿ ਹਾਂ, ਅਸੀਂ ਇਹਨਾਂ ਨੂੰ ਮੈਨੀਟੋਬਾ ਗਵਰਨਮੈਂਟ ਨੂੰ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਕੁਆਲੀਫਾਈ ਕਰਦੇ ਹੈਗੇ ਉਹ ਵੇਟ ਕਰ ਰਹੇ ਬੜੇ ਲੰਬੇ ਸਮੇਂ ਤੋਂ, 3-3 4-4 ਸਾਲ ਹੋ ਗਏ, 2 ਸਾਲ ਤੱਕ ਕਰੋਨਾ ਨੇ ਖਾ ਲਿਆ। ਉਦੋਂ ਪਹਿਲਾਂ ਤਾਂ ਲੋਕਾਂ ਨੇ ਅਪਲਾਈ ਕੀਤਾ ਜੀ, 2 ਵਾਰੀ 3 ਵਾਰੀ ਉਹਨਾਂ ਨੂੰ ਆਈਲੈਟਸ ਦੇ ਐਗਜ਼ਾਮ ਕਰਨੇ ਪੈ ਰਹੇ। ਉਹਨਾਂ ਨੂੰ ਆਪਦੀ, ਕੁਝ ਲੋਕਾਂ ਨੂੰ ਆਪਦੀ ਸਟੱਡੀ ਕੰਟੀਨਿਊ ਕਰਨੀ ਪੈ ਰਹੀ। ਫਾਰ ਐਗਜ਼ਾਮਪਲ ਕਿਸੇ ਨੂੰ ਪੂਰੀ ਫੈਮਿਲੀ ਨੇ ਆਉਣਾ ਤੇ ਉਹਨਾਂ ਦਾ ਬੱਚਾ ਜਿਹੜਾ ਉਹਦੀ ਏਜ ਵੱਡੀ ਹੁੰਦੀ ਜਾਂਦੀ, ਉਹਨੂੰ ਮਜਬੂਰੀ ਬਸ ਰੈਗੂਲਰ ਰੱਖਣੀ ਪੈ ਰਹੀ ਹੈ ਆਪਦੀ ਸਟੱਡੀ। ਸੋ ਇਸ ਪਾਸੇ ਧਿਆਨ, ਇਹ ਉਹਨਾਂ ਨੇ ਕਿਹਾ ਕਿ ਹਾਂ ਅਸੀਂ ਮੈਨੀਟੋਬਾ ਗਵਰਨਮੈਂਟ ਦੇ ਨਾਲ ਇਹ ਪੁਆਇੰਟ ਰੇਜ਼ ਕਰ ਸਕਦੇ ਹਾਂ। ਉਂਝ ਸਾਡੇ ਇੱਕ ਹੋਰ ਮਿਨਿਸਟਰ ਨਾਲ ਗੱਲ ਹੋਈ, ਮੈਂ ਬਾਅਦ 'ਚ ਦੱਸਦਾ ਜੀ। ਤੀਸਰੀ ਅਸੀਂ ਗੱਲ ਕੀਤੀ ਸੀਗੀ ਕਿ ਜਿਹੜੇ ਲੋਕ ਇੰਡੀਅਨ ਇੱਥੇ ਆ ਕੇ PR ਹੈਗੇ ਆ, ਸਟੂਡੈਂਟ ਹੈਗੇ ਆ, ਵਰਕ ਪਰਮਿਟ ਹੈਗੇ, ਇਹਨਾਂ ਦਾ ਆਉਣਾ ਜਾਣਾ ਆਮ ਬਣਿਆ ਰਹਿੰਦਾ, ਪਰ ਜਿਹੜੇ ਸਿਟੀਜ਼ਨ ਹੋ ਜਾਂਦੇ ਉਹਨਾਂ ਦੀ ਉਹ ਘਟ ਜਾਂਦੇ ਜੀ। ਬਿਲਕੁਲ, ਪਰ ਉਹਨਾਂ ਦੀ ਜ਼ਮੀਨਾਂ ਜਾਇਦਾਦ ਉੱਥੇ ਹੈਗੀ, ਉਹਨਾਂ ਦੇ ਮਨ 'ਚ ਡਰ ਲੱਗਾ ਰਹਿੰਦਾ ਕਿ ਸਾਡੀ ਜ਼ਮੀਨ ਜਿਹੜੀ ਆ, ਸਾਡੀ ਜਾਇਦਾਦ ਜਿਹੜੀ ਉਹ ਉੱਥੇ ਖੁਰਦ-ਬੁਰਦ ਨਾ ਕਰਤੀ ਗਈ ਹੋਵੇ, ਉੱਥੇ ਕਬਜ਼ਾ ਨਾ ਹੋ ਗਿਆ ਹੋਵੇ। ਭਾਵੇਂ ਉਹ ਆਮ ਤੌਰ ਤੇ ਸਾਡੇ ਇੰਡੀਅਨ ਕਹਿੰਦੇ ਹੁੰਦੇ ਜੀ, ਪੰਜਾਬੀ ਵੀ ਕਹਿੰਦੇ ਹੁੰਦੇ ਆ ਵੀ ਰਿਸ਼ਤੇਦਾਰਾਂ ਨੇ ਦੱਬਣੀ, ਕਿਸੇ ਨੇ ਵੀ ਦੱਬਣੀ, ਪਰ ਜਾਇਦਾਦ ਤਾਂ ਹੈ ਹੀ ਹੈ ਨਾ। ਜੇ ਉਹ ਕਹਿੰਦੇ ਜੀ, ਇੰਡੀਅਨ ਹਾਈ ਕਮਿਸ਼ਨ ਨੇ ਕਿਹਾ ਕਿ ਅਸੀਂ ਪੂਰਾ ਕੋਆਪਰੇਟ ਕਰਦੇ ਪਏ ਹਾਂ ਜੀ, ਜੇ ਕਿਸੇ ਨੂੰ ਫਿਰ ਵੀ ਇਹ ਸ਼ਿਕਾਇਤ ਹੈਗੀ ਆ ਕਿ ਉਹਨਾਂ ਦੀ ਜਾਇਦਾਦ ਦੇ ਸੰਬੰਧ ਵਿੱਚ ਕਿਸੇ ਨੇ ਉੱਥੇ ਉਹਨਾਂ ਦੇ ਅਧਿਕਾਰੀ ਨੇ ਜਾਂ ਕਿਸੇ ਸਰਕਾਰ ਨੇ ਕਿਸੇ ਵੀ ਉਹਨਾਂ ਨੇ ਗੱਲ ਨਹੀਂ ਸੁਣੀ, ਜੀ ਬਿਲਕੁਲ, ਕਿਸੇ ਨੇ ਵੀ ਮਤਲਬ ਕੋਈ ਗੱਲ ਨਹੀਂ ਸੁਣੀ ਹੈਗੀ, ਤੁਸੀਂ ਡਾਇਰੈਕਟ ਉਹਨਾਂ ਨੇ ਕਿਹਾ ਵੀ ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ, ਤੁਸੀਂ ਮੇਰੇ ਆਫਿਸ ਨੂੰ, ਆਟਵਾ ਜਿਹੜਾ ਆਫਿਸ ਹੈਗਾ ਉੱਥੇ ਸਿੱਧੀ ਤੁਸੀਂ ਗੱਲ ਕਰ ਸਕਦੇ ਹੋ, ਈਮੇਲ ਵੀ ਕਰ ਸਕਦੇ ਹੋ, ਈਵਨ ਫੋਨ ਵੀ ਕਰ ਸਕਦੇ, ਤੁਹਾਡੀ ਗੱਲ ਸੁਣੀ ਜਾਊਗੀ ਜੀ। ਬਿਲਕੁਲ, ਉਸ ਦੇ ਸੰਬੰਧ ਵਿੱਚ ਇਹ ਹੈਗਾ ਵੀ ਸ਼ਾਰਟਕਟ ਦੇ ਵਿੱਚ ਦੱਸਣਾ ਚਾਹਾਂਗੇ ਵੀ ਤੁਸੀਂ ਆਪਣੀ ਜ਼ਮੀਨ ਦੀ ਫਰਦ ਲਓ, ਉਹਦੇ ਫਰਦ ਦੇ ਨਾਲ ਆਪਣੀ ਈਮੇਲ ਅਟੈਚ ਕਰਕੇ ਉਹਨਾਂ ਨੂੰ ਭੇਜੋ, ਜੋ ਵੀ ਪ੍ਰੋਬਲਮ ਆ ਉਹਦੇ ਵਿੱਚ ਦੱਸੋ, ਉਹ ਕੰਸਰਨ ਗਵਰਨਮੈਂਟ ਅੱਗੇ, ਮਤਲਬ ਗਵਰਨਮੈਂਟ ਆਫ ਇੰਡੀਆ ਨੂੰ ਭੇਜਣਗੇ ਤੇ ਗਵਰਨਮੈਂਟ ਆਫ ਇੰਡੀਆ ਅੱਗੇ ਗਵਰਨਮੈਂਟ ਆਫ ਪੰਜਾਬ ਜਾਂ ਜਿੱਥੇ ਵੀ ਆਪਾਂ ਜਿੱਥੇ ਵੀ ਜਾਇਦਾਦ ਹੈਗੀ ਉੱਥੇ ਨੂੰ ਭੇਜਣਗੇ। ਹਾਂਜੀ, ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਜਿਹੜੀਆਂ ਅਸੀਂ ਕੋਸ਼ਿਸ਼ ਕੀਤੀ ਜੀ ਉਹਨਾਂ ਕੋਲੋਂ ਗੱਲ ਕਰਕੇ ਉਹਨਾਂ ਦੇ ਜਵਾਬ ਲੈਣ ਦੇ ਲਈ ਜੀ। MPNP ਪ੍ਰੋਗਰਾਮ ਦੀ ਗੱਲ ਚੱਲੀ ਜੀ, ਮੈਂ ਉਹ ਵੀ ਦੱਸ ਦੇਣਾ ਚਾਹੁੰਦਾ। MPNP ਪ੍ਰੋਗਰਾਮ ਬਾਰੇ ਮੈਨੀਟੋਬਾ ਗਵਰਨਮੈਂਟ ਜਿਹੜੀ ਆ ਇੱਕ ਰਾਊਂਡ ਟੇਬਲ ਜਿਹੜੇ ਆ ਉਹ ਟਾਕ ਕਰਨ ਜਾ ਰਹੀ ਆ ਬਹੁਤ ਛੇਤੀ, ਔਰ ਉਹਦੇ 'ਚ ਕਮਿਊਨਿਟੀ ਨੂੰ ਇਨਵੋਲਵ ਕਰਨ ਜਾ ਰਹੀ ਜੀ। ਕਮਿਊਨਿਟੀ ਦਾ ਫਰਜ਼ ਬਣਦਾ ਕਿ ਉਹ ਦੱਸੇ ਜੀ, ਬਿਲਕੁਲ ਆਪਣੀ ਸਲਾਹ ਦੇਣੀ ਚਾਹੀਦੀ ਹੈ, ਸਲਾਹ ਦੇਣੀ ਚਾਹੀਦੀ ਹੈ। ਜੇ ਗਵਰਨਮੈਂਟ ਨੇ ਫੈਸਲਾ ਕਰ ਲਿਆ, ਬਾਅਦ 'ਚ ਅਸੀਂ ਕਹੀ ਚੱਲੀ ਕਿ ਨਹੀਂ ਜੀ ਫੈਸਲਾ ਚੰਗਾ ਨਹੀਂ ਹੋਇਆ ਜੀ, ਕੋਈ ਫਾਇਦਾ ਨਹੀਂ।
ਪਹਿਲੇ ਇਹਨਾਂ ਲੋਕਾਂ ਦੇ ਮਨ ਦੀ ਇਨ ਦੀ ਸੈਂਸ ਜਿਹੜੇ ਲੋਕ ਡਿਸੀਜਨ ਮੇਕਰ ਹੈਗੇ ਉਹਨਾਂ ਦੇ ਨਾਲ ਰਾਬਤਾ ਬਣਾ ਕੇ ਰੱਖਣਾ ਚਾਹੀਦਾ ਜੀ। ਬਿਲਕੁਲ। ਉਂਝ ਗਵਰਨਮੈਂਟ ਇਸ ਗੱਲ ਲਈ ਵਰੀਡ ਹੈ ਕਿ MPNP ਪ੍ਰੋਗਰਾਮ ਦੇ ਵਿੱਚ ਜਦੋਂ ਕਿਸੇ ਨੂੰ ਸੱਦਿਆ ਜਾਂਦਾ, ਉਹਨੂੰ ਸਪੋਰਟ ਦਿੱਤੀ ਜਾਂਦੀ ਆ, ਉਹਨੂੰ ਨੋਮੀਨੀ ਕੀਤਾ ਜਾਂਦਾ ਤੇ PR ਹੋਣ ਤੋਂ ਬਾਅਦ ਉਹ ਬੰਦੇ ਇੱਥੋਂ ਮੂਵ ਹੋ ਜਾਂਦੇ ਨੇ, ਉਹ ਇੱਥੋਂ ਮੂਵ ਹੋ ਜਾਂਦੀਆਂ। ਬਿਲਕੁਲ ਜੀ। ਆਪਾਂ ਨੂੰ ਜਿਹੜੇ ਅਧਿਕਾਰੀ ਜੀ ਸੱਚ ਹੈ ਜੀ, ਬਿਲਕੁਲ ਅਧਿਕਾਰੀ ਉਹਨਾਂ ਨੇ ਆਪਾਂ ਨੂੰ ਡਾਇਰੈਕਟਲੀ ਇਹ ਗੱਲ ਕਿਹਾ ਵੀ ਅਸੀਂ ਇਸੇ ਕਰਕੇ ਇਹ ਥੋੜਾ ਜਿਹਾ ਪ੍ਰੋਗਰਾਮ ਦੇ ਉੱਤੇ ਵਰਕਆਊਟ ਕਰ ਰਹੇ ਹਾਂ ਵੀ ਲੋਕ ਇੱਥੇ ਆਉਂਦੇ ਨੇ ਤੇ ਇੱਥੋਂ ਮੂਵ ਹੋ ਜਾਂਦੇ ਨੇ, ਇਸੇ ਕਰਕੇ ਉਹ ਮਤਲਬ ਨਵਾਂ ਕੋਈ ਪ੍ਰੋਗਰਾਮ ਆਇਆ, ਉਹ ਥੋੜੀ ਸਖਤੀ ਵੀ ਹੋਣ ਦੇ ਚਾਂਸ ਹੈ ਜੀ। ਬਿਲਕੁਲ। ਔਰ ਉਹ ਸਖਤੀ ਕਿਹਦਾ ਕਰਕੇ ਹੈ? ਉਹ ਸਾਡੀਆਂ ਗਲਤੀਆਂ ਕਰਕੇ ਸਖਤੀ ਹੋਣੀ ਜਦੋਂ ਹੋਣੀ। ਅਸੀਂ ਆਪਣੇ ਪਰਿਵਾਰਾਂ ਨੂੰ ਕਹਿੰਦੇ ਨਹੀਂ ਹੈਗੇ ਕਿ ਤੁਸੀਂ ਭਾਈ ਜੀ ਇੱਥੇ ਮੈਨੀਟੋਬਾ ਨੇ ਤੁਹਾਨੂੰ ਨੋਮੀਨੇਸ਼ਨ ਦਿੱਤੀ, ਤੁਹਾਨੂੰ ਇੱਥੇ ਮੌਕਾ ਦਿੱਤਾ ਕੈਨੇਡਾ ਵਿੱਚ ਆ ਕੇ ਰਹਿਣ ਦਾ, ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸਰਕਾਰ ਦੀ ਇਸ ਫੈਸਿਲਿਟੀ ਦਾ ਨਜਾਇਜ਼ ਫਾਇਦਾ ਲੈ ਕੇ ਮੈਨੀਟੋਬਾ ਛੱਡ ਕੇ ਤੁਸੀਂ ਕਿਸੇ ਹੋਰ ਵੈਨਕੂਵਰ ਚਲੇ ਜਾਓ, ਪ੍ਰੋਵਿੰਸ ਕੈਲਗਰੀ ਚਲੇ ਜਾਓ, ਜਾਂ ਆਟੋਵਾ ਉੱਥੇ ਚਲੇ ਜਾਓ, ਵੈਨਕੂਵਰ ਟੋਰਾਂਟੋ ਚਲੇ ਜਾਓ, ਤੁਸੀਂ ਜਾ ਸਕਦੇ ਆ। ਤੁਸੀਂ ਜਦੋਂ ਇੱਥੋਂ ਦੇ PR ਹੈਗੇ ਤੁਸੀਂ ਕਿਤੇ ਵੀ ਜਾ ਸਕਦੇ, ਪਰ ਜਿਹਨੇ ਤੁਹਾਨੂੰ ਨੋਮੀਨੇਸ਼ਨ ਦਿੱਤੀ ਹੈ ਜੀ, ਘੱਟੋ ਘੱਟ ਜੋ ਕੰਡੀਸ਼ਨਸ ਹੈਗੇ ਨੇ ਜੋ ਗਵਰਨਮੈਂਟ ਦੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ। ਵੈਸੇ ਗਵਰਨਮੈਂਟ ਤਾਂ ਹੀ ਇਹ ਹੁੰਦਾ ਵੀ ਇਸੇ ਕਰਕੇ ਆਪਾਂ ਜਦੋਂ ਮੂਵ ਹੋ ਜਾਂਦੇ ਆਪਾਂ ਆ ਗਏ, ਆਪਾਂ ਆਪਣੇ ਵਿੱਚ ਕੋਈ ਬੰਦਾ ਮੂਵ ਹੋ ਜਾਂਦਾ ਤਾਂ ਉਹ ਸਿਸਟਮ ਕਿਸੇ ਦੂਜੇ ਦਾ ਅਸੀਂ ਹੱਕ ਵੀ ਤਾਂ ਮਾਰ ਰਹੇ ਤਾਂ ਪਿੱਛੋਂ ਗਵਰਨਮੈਂਟ ਨੂੰ ਫਿਰ ਮਤਲਬ ਰੋਕਣਾ ਪੈਂਦਾ ਜੀ ਪ੍ਰੋਗਰਾਮ। ਇਹ ਕੀ ਹੋ ਰਿਹਾ, ਇੰਨੇ ਬੰਦੇ ਬੁਲਾਏ ਨੇ, ਅੱਜ ਫਿਰ ਵੀ ਉਹਨਾਂ ਕੰਮਾਂ ਦੀ ਇੱਥੇ ਡਿਮਾਂਡ ਜਾਰੀ ਆ। ਉਂਝ ਕੁੱਲ ਮਿਲਾ ਕੇ ਗੱਲ ਹੈ ਜੀ, ਸਾਡੀ ਮਿਨਿਸਟਰ ਨਾਲ ਗੱਲ ਹੋਈ ਹੈਗੀ ਆ। ਮਿਨਿਸਟਰ ਸਾਹਿਬ ਕਹਿੰਦੇ ਆ ਕਿ ਜੀ ਮੈਨੀਟੋਬਾ ਦੇ ਵਿੱਚ ਲੇਬਰ ਸ਼ਾਰਟੇਜ ਬਹੁਤ ਆ। ਉਂਝ ਵੈਸੇ ਕੈਨੇਡਾ ਵਾਈਡ ਹੀ ਸ਼ਾਰਟੇਜ ਹੈ, ਬਹੁਤ ਸਾਰੇ ਲੋਕ ਆ ਸਕਦੇ ਆ ਜੀ ਜੇ ਅਸੀਂ ਕਾਨੂੰਨ ਦੀ ਪਾਲਣਾ ਕਰੀਏ, ਜੇ ਅਸੀਂ ਕਾਨੂੰਨ ਦੇ ਮੁਤਾਬਕ ਇੱਥੇ ਰਹੀਏ ਤਾਂ। ਜੇ ਅਸੀਂ ਸੋਚਦੇ ਹਾਂ ਕਿ ਨਹੀਂ ਅਸੀਂ ਤਾਂ ਉਹ ਕਰਨਾ ਜੋ ਸਾਡੇ ਮਨ ਵਿੱਚ ਆ, ਜੋ ਸਾਡੇ ਦਿਲ ਵਿੱਚ ਆ, ਜੋ ਸਾਡੇ ਰਿਸ਼ਤੇਦਾਰ ਨੇ ਸਾਨੂੰ ਸਮਝਾ ਕੇ ਭੇਜਿਆ ਕਿ ਇੱਕ ਵਾਰੀ ਤੁਸੀਂ ਵਿਨੀਪੈਗ ਪਹੁੰਚ ਗਏ, ਇੱਕ ਵਾਰੀ ਮੈਨੀਟੋਬਾ ਪਹੁੰਚ ਗਏ ਤੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਜਿੱਥੇ ਮਰਜ਼ੀ ਜਾਓ। ਬਿਲਕੁਲ ਬਿਨਾਂ ਸ਼ੱਕ ਨਹੀਂ ਰੋਕ ਸਕਦਾ, ਪਰ ਤੁਸੀਂ ਕਿਸੇ ਹੋਰ ਦਾ ਲੋੜਵੰਦ ਦਾ ਹੱਕ ਮਾਰ ਰਹੇ। ਚਲੋ ਬਿਲਕੁਲ ਜੀ, ਜਿਹੜੇ ਪਿੱਛੇ ਇੰਤਜ਼ਾਰ ਦੇ ਵਿੱਚ ਲਾਈਨ 'ਚ ਲੱਗੇ ਹੋਏ ਨੇ ਉਹਨਾਂ ਕਰਕੇ ਲੁਕਿਆ। ਤਾਂ ਹੀ ਆਪਾਂ ਜਿਹੜੇ ਆਪਣੇ ਲੋਕ ਬੈਠੇ ਨੇ, ਆਪਣੇ ਹੋਰ ਵੀ ਰਿਸ਼ਤੇਦਾਰ ਭੈਣ ਭਰਾ ਆਉਣਾ ਚਾਹੁੰਦੇ ਨੇ, ਉਹ ਚੀਜ਼ ਤੋਂ ਵੀ ਚਿੰਤਤ ਹੈ, ਆਪਾਂ ਵੀ ਚਿੰਤਤ ਹਾਂ। ਤਾਂ ਹੀ ਆਪਾਂ ਗੱਲ ਕੀਤੀ ਹੈ ਜੀ ਵੀ ਸਾਡੇ ਇਹ ਪ੍ਰੋਗਰਾਮ ਕਿਉਂ ਨਹੀਂ ਚੱਲ ਰਿਹਾ, ਕਿਉਂ ਤੁਸੀਂ ਰੋਕਿਆ ਹੋਇਆ ਹੈ। ਬਿਲਕੁਲ ਸਾਡੀ ਕੋਸ਼ਿਸ਼ ਹੋਏਗੀ ਜੀ, ਜਿਹੜੇ MPNP ਮਿਨਿਸਟਰ ਹੈਗੇ ਆ ਮਿਸਟਰ ਰੌਨ ਜੀ, ਸਾਡੇ ਮਿੱਤਰ ਹੀ ਹੈਗੇ, ਅਸੀਂ ਉਹਨਾਂ ਨੂੰ ਇੱਥੇ ਸਟੂਡੀਓ 'ਚ ਬੁਲਾ ਕੇ ਉਹਨਾਂ ਦੇ ਕੋਲੋਂ ਇਸ ਪ੍ਰੋਗਰਾਮ ਦੀ ਹੋਰ ਤਫਸੀਲ ਲਵਾਂਗੇ, ਡਿਟੇਲ ਲਵਾਂਗੇ। ਇਹ ਵੀ ਪੁੱਛਾਂਗੇ ਕਿ ਇਸ ਪ੍ਰੋਗਰਾਮ ਦੇ ਵਿੱਚ ਕੀ ਤਬਦੀਲੀਆਂ, ਕੀ ਸੁਝਾਅ ਜਿਹੜੇ ਆ ਉਹ ਗੌਰਮੈਂਟ ਦੇਣਾ ਚਾਹੁੰਦੀ ਹੈ, ਕੀ ਕਮਿਊਨਿਟੀ ਦੇ ਨਾਲ ਉਹ ਰਾਬਤਾ ਆਪ ਪੈਦਾ ਕਰਨਾ ਚਾਹੁੰਦੀ ਹੈ ਗਵਰਨਮੈਂਟ, ਜਾਂ ਫਿਰ ਕਮਿਊਨਿਟੀ ਆਪਣੇ ਲੈਵਲ ਤੇ ਅਪਰੋਚ ਕਰੇ। ਹੁਣ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਾਨੂੰ ਹੀ ਅਪਰੋਚ ਕਰਨੀ ਚਾਹੀਦੀ, ਲੋੜ ਤਾਂ ਸਾਨੂੰ ਆ ਜੀ। ਬਿਲਕੁਲ, ਬਹੁਤ ਮਿਹਰਬਾਨੀ ਲਖਵਿੰਦਰ ਜੀ, ਥੈਂਕ ਯੂ ਜੀ। ਬੜਾ ਲੰਬਾ ਸਮਾਂ ਜਦ ਖੁੱਲ੍ਹ ਕੇ ਗੱਲਾਂ ਵਿਚਾਰਾਂ ਹੋਈਆਂ। ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਾ, ਸਾਨੂੰ ਤੁਹਾਡੀ ਫੀਡਬੈਕ ਦੀ ਲੋੜ ਹੈ। ਇਹ ਪ੍ਰੋਗਰਾਮ ਤੁਸੀਂ ਫੇਸਬੁੱਕ ਤੇ ਨਾਲ ਵੇਖਿਆ ਹੈਗਾ, ਟੀਵੀ ਤੇ ਰਿਪੀਟ ਹੁੰਦਾ ਰਹੇਗਾ, YouTube ਤੇ ਵੀ ਹੈਗਾ। YouTube ਤੇ ਕੋਸ਼ਿਸ਼ ਕਰਿਓ ਇਹਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ। ਬਿਲਕੁਲ, ਬਹੁਤ ਮਿਹਰਬਾਨੀ, ਥੈਂਕ ਯੂ।